हाँ जी, सत श्री अकाल जी सारिਆਂ ਨੂੰ। ਜਿੱਦਾਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਪਰਮਾਰ ਐਜੂਕੇਸ਼ਨ ਤੇ ਆਪਣਾ YouTube ਤੇ ਚੈਨਲ ਹੈ ਤੇ ਆਪਾਂ ਇੱਥੇ ਪੰਜਾਬੀ ਮਾਸਟਰ ਕੈਡਰ ਦੇ ਨਾਲ ਸੰਬੰਧਿਤ ਜਿਹੜਾ ਵਾ ਉਹ ਵੀਡੀਓਜ਼ ਅਪਲੋਡ ਕਰਦੇ ਆ, ਉਹਦੀ ਤਿਆਰੀ ਕਰਵਾਉਂਦੇ ਆ। ਨਾਲ ਦੀ ਨਾਲ ਆਪਣੇ ਜਿਹੜੇ ਆਨਲਾਈਨ ਬੈਚ ਨੇ Google Meet ਤੇ ਉਹ ਵੀ ਚੱਲਦੇ ਨੇ। ਠੀਕ ਹੈ, ਇਹਦੇ ਬਾਰੇ ਤੁਹਾਨੂੰ ਸਭ ਨੂੰ ਪਤਾ ਹੀ ਹੈ। ਅੱਜ ਆਪਾਂ ਇੱਕ ਬੜਾ ਇੰਪੋਰਟੈਂਟ ਜਿਹਾ ਟੌਪਿਕ ਤੁਹਾਡੇ ਲਈ ਲੈ ਕੇ ਆਏ ਆ, ਜਿਹੜਾ ਆਪਣੇ ਪੰਜਾਬੀ ਮਾਸਟਰ ਕੈਡਰ ਦੇ ਸਿਲੇਬਸ ਦੇ ਨਾਲ ਸੰਬੰਧਿਤ ਹੈ। ਇਹਦੇ ਵਿੱਚੋਂ ਪ੍ਰਸ਼ਨ ਵੀ ਬਣ ਸਕਦੇ ਨੇ ਤੇ ਕਾਫੀ ਵਾਰ ਬਣੇ ਵੀ, ਇਹ ਤੁਹਾਨੂੰ ਪਤਾ ਹੀ ਹੈ। ਤੇ ਜ਼ਿਆਦਾਤਰ ਸਟੂਡੈਂਟ ਨੂੰ ਇਹ ਟੌਪਿਕ ਦੇ ਵਿੱਚ ਪ੍ਰੋਬਲਮ ਹੁੰਦੀ ਹੈ। ਠੀਕ ਹੈ, ਤੇ ਅੱਜ ਆਪਾਂ ਵਧੀਆ ਤਰੀਕੇ ਦੇ ਨਾਲ ਇਹ ਜਿਹੜਾ ਟੌਪਿਕ ਹੈ ਇਹਨੂੰ ਸਮਝਾਂਗੇ ਕਿ ਇਹ ਹੈ ਕਿ ਕਿੱਥੋਂ ਆਇਆ ਇਹ ਜਿਹੜਾ ਸਿਧਾਂਤ ਹੈ ਤੇ ਕਿਹੜੇ ਸਿਧਾਂਤ ਦੀ ਗੱਲ ਕਰਨ ਲੱਗੇ ਆ ਆਪਾਂ ਅੱਜ, ਰਸ ਸਿਧਾਂਤ ਦੀ। ਇਹਦੇ ਬਾਰੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਇੱਕ ਹੋਰ ਇਨਫੋਰਮੇਸ਼ਨ ਦੇ ਦਈਏ, ਜਿਹੜੀ ਮੈਂ ਅੱਗੇ ਵੀ ਇੱਕ ਵੀਡੀਓ ਆਪਣੇ YouTube ਚੈਨਲ ਤੇ ਜਿਹੜੀ ਅਪਲੋਡ ਕੀਤੀ ਹੋਈ ਆ ਨਿਊ ਬੈਚ ਦੇ ਰਿਗਾਰਡਿੰਗ। ਜਿਹੜਾ ਆਪਾਂ ਕ੍ਰੈਸ਼ ਕੋਰਸ ਸ਼ੁਰੂ ਕਰ ਰਹੇ ਆ ਪੰਜਾਬੀ ਮਾਸਟਰ ਕੈਡਰ ਦਾ ਨਵਾਂ 11 ਮਈ ਤੋਂ ਜਿਹੜੀਆਂ ਕਲਾਸਿਸ ਸਟਾਰਟ ਨੇ ਰੈਗੂਲਰ। ਰੋਜ਼ ਆਪਾਂ ਈਵਨਿੰਗ ਕਲਾਸਿਸ ਲਿਆ ਕਰਾਂਗੇ 6 ਤੋਂ 7:30 ਤੱਕ ਦਾ ਉਹਦਾ ਟਾਈਮ ਰੱਖਿਆ ਹੋਇਆ ਹੈ ਸ਼ਾਮ ਦਾ। ਤੇ ਜੇ ਤੁਸੀਂ ਉਹ ਬੈਚ ਲੈਣਾ ਚਾਹੁੰਦੇ ਜੇ ਤੇ ਤੁਸੀਂ ਜਿਹੜਾ ਵਾ ਇਹ ਨੰਬਰ ਤੇ ਸੰਪਰਕ ਕਰ ਲਿਓ 8289094633 82890 94633। ਇਹ ਨੰਬਰ ਤੇ ਤੁਸੀਂ ਕੰਟੈਕਟ ਕਰ ਲਿਓ ਜਿਨ੍ਹਾਂ ਨੇ ਵੀ ਨਵੇਂ ਬੈਚ ਦੇ ਵਿੱਚ ਐਡਮਿਸ਼ਨ ਲੈਣੀ ਹੈ। ਦੇਖੋ ਆਪਾਂ ਸਭ ਨੂੰ ਪਤਾ ਹੈ ਵੀ ਜਿਹੜਾ ਮੌਕਾ ਹੈ ਬਾਰ-ਬਾਰ ਨਹੀਂ ਮਿਲਦਾ ਜ਼ਿੰਦਗੀ ਦੇ ਵਿੱਚ, ਜਿਹੜਾ ਇਦਾਂ ਦੇ ਜਿਹੜੇ ਪੋਸਟਾਂ ਆਉਣ ਦਾ। ਪਹਿਲਾਂ ਵੀ ਬਹੁਤ ਘੱਟ ਪੋਸਟਾਂ ਆਈਆਂ ਨੇ, ਸਾਰਿਆਂ ਨੇ ਦੇਖਿਆ ਹੀ ਹੈ। ਉਹਦੇ ਵਿੱਚ ਬਿਲਕੁਲ ਹੀ ਵੀ ਨਹੀਂ ਆਸ ਬੰਦਾ ਕਰ ਸਕਦਾ ਸੀ, ਭਾਵੇਂ ਕੋਈ ਕਿੰਨਾ ਵੀ ਇੰਟੈਲੀਜੈਂਟ ਹੋਵੇ ਜਾਂ ਕਿੰਨੀ ਵੀ ਤਿਆਰੀ ਕੀਤੀ ਹੋਵੇ, ਵੀ ਮੇਰਾ ਨੰਬਰ ਆ ਸਕਦਾ ਵਾ। ਇਹ ਇੰਨੀਆਂ ਪੋਸਟਾਂ 'ਚ ਬਿਲਕੁਲ ਨਹੀਂ ਆਸ ਹੁੰਦੀ। ਪਰ ਫਿਰ ਵੀ ਚਲੋ ਜੇਕਰ ਉਹਦੇ ਨਾਲੋਂ ਥੋੜੀਆਂ ਜਿਹੀਆਂ ਬੈਟਰ ਪੋਸਟਾਂ ਹੈਗੀਆਂ ਨੇ ਇਸ ਵਾਰ, ਤੇ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਕੋਸ਼ਿਸ਼ ਕਰੀਏ ਤੇ ਮਿਹਨਤ ਕਰਕੇ ਤੇ ਇਹਦੇ ਵਿੱਚ ਆਪਾਂ ਨੰਬਰ ਜ਼ਰੂਰ ਲਈਏ। ਠੀਕ ਹੈ, ਤੇ ਇਹਦੇ ਕਰਕੇ ਅਗਰ ਕਿਸੇ ਨੇ ਵੀ ਬੈਚ ਲੈਣਾ ਵਾ, ਆਪਾਂ ਪੂਰੀ ਕੋਸ਼ਿਸ਼ ਕਰਾਂਗੇ, ਪੂਰੀ ਤੋਂ ਪੂਰੀ ਮਿਹਨਤ ਦੇ ਨਾਲ ਤੁਹਾਨੂੰ ਤਿਆਰੀ ਕਰਾਵਾਂਗੇ ਉਹ ਬੈਚ ਦੇ ਵਿੱਚ। ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈ, ਆਪਾਂ ਉਦਾਂ ਨਹੀਂ ਕਰਦੇ ਬਾਕੀਆਂ ਦੇ ਵਾਂਗੂ। ਠੀਕ ਹੈ, ਵੀ ਜਿੱਦਾਂ ਇੱਕੋ ਕਿਤਾਬ ਚੱਕੀ ਤੇ ਉਹਦੇ ਤੋਂ ਹੀ ਸਾਰਾ ਡਿਕਟੇਟ ਕਰਾ ਦਿੱਤਾ ਤੇ ਉਹੀ ਲਿਖਵਾ ਦਿੱਤਾ। ਆਪਾਂ ਜਿਹੜੀ ਤਿਆਰੀ ਹੈ ਉਹ ਅਲੱਗ-ਅਲੱਗ ਪ੍ਰਮਾਣਿਕ ਕਿਤਾਬਾਂ ਤੋਂ ਕਰਾਈ ਦੀ ਹੈ ਤੇ ਪੂਰੀ ਉਹ ਚੀਜ਼ ਲਿਖਾਈ ਦੀ ਹੈ ਜਿਹੜੀ ਸਹੀ ਹੈ, ਗਲਤ ਚੀਜ਼ ਨਹੀਂ ਲਿਖਵਾਈ ਦੀ। ਡਾਊਟਸ ਕਲੀਅਰ ਕਰੀ ਦੇਣੇ, ਹੋਰ ਵੀ ਬੜਾ ਕੁਝ ਹੈ ਜਿਹੜਾ ਨਵਾਂ ਸਿੱਖਣ ਨੂੰ ਮਿਲੂਗਾ ਤੁਹਾਨੂੰ ਜਦੋਂ ਤੁਸੀਂ ਬੈਚ ਜੁਆਇਨ ਕਰੋਗੇ। ਖੁਦ ਤੁਸੀਂ ਦੇਖ ਲਵੋਗੇ, ਜਾਂ ਜਿਹੜੇ ਪੁਰਾਣੇ ਸਟੂਡੈਂਟ ਆ ਜਾਂ ਵੀਡੀਓਜ਼ ਦੇ ਜਿਹੜੇ ਥੱਲੇ ਕਮੈਂਟ ਹੁੰਦੇ ਆ, ਉਥੋਂ ਤੁਸੀਂ ਖੁਦ ਆਪ ਅੰਦਾਜ਼ਾ ਲਾ ਸਕਦੇ ਜੇ ਵੀ ਆਪਾਂ ਜਿਹੜੀ ਆ ਕਿਸ ਲੈਵਲ ਦੀ ਤਿਆਰੀ ਕਰਦੇ ਪਏ ਆ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਆਪਾਂ ਕੋ ਓਵਰਆਲ ਲਗਭਗ ਸਾਰੀਆਂ ਅਕੈਡਮੀਆਂ ਦੇ ਸਟੂਡੈਂਟ ਜਿਹੜੇ ਆ ਉਹ ਜੁਆਇਨ ਕੀਤੇ ਆ ਦੁਬਾਰਾ। ਕਿਉਂ ਕੀਤੇ ਆ? ਕਿਉਂਕਿ ਆਪਾਂ ਜਿਹੜਾ ਵਾ ਕੁਝ ਵਧੀਆ ਕਰਾਉਣ ਦੀ ਕੋਸ਼ਿਸ਼ ਕਰਦੇ ਆ, ਹਰ ਵਾਰ ਨਵੀਂ ਚੀਜ਼ ਕਰਾਉਂਦੇ ਆ, ਵਧੀਆ ਤਰੀਕੇ ਦੇ ਨਾਲ ਸਮਝਾਉਂਦੇ ਆ। ਸਟੂਡੈਂਟ ਨੂੰ ਜਿਹੜਾ ਵਾ ਉਹ ਮੈਥਡ ਪਸੰਦ ਆਉਂਦਾ ਹੈ ਆਪਣਾ ਜਿਹੜਾ ਪੜ੍ਹਾਉਣ ਦਾ। ਠੀਕ ਹੈ, ਇਹ ਪਰਮਾਤਮਾ ਦੀ ਕਿਰਪਾ ਹੀ ਹੈ। ਸਾਰਾ ਜਿਹੜਾ ਕੁਝ ਇਦਾਂ ਹੁੰਦਾ ਪਿਆ ਹੈ ਵੀ ਚਲੋ ਬੱਚਿਆਂ ਨੂੰ ਜਿਹੜੀ ਚੀਜ਼ ਆ ਉਹ ਸਮਝ ਲੱਗਦੀ ਪਈ ਹੈ। ਮੇਨ ਗੱਲ ਤੇ ਇਹ ਹੋਏ, ਪੜਾਉਣ ਦਾ ਫਾਇਦਾ ਹੀ ਤਾਂ ਹੈ ਜੇ ਸਟੂਡੈਂਟ ਨੂੰ ਤੁਹਾਡੀ ਸਮਝ ਲੱਗਦੀ ਪਈ ਹੈ। ਤੇ ਉਸੇ ਚੀਜ਼ ਜਿਹਨੂੰ ਆਧਾਰ ਬਣਾ ਕੇ ਆਪਾਂ ਜਿਹੜਾ ਨਵਾਂ ਜਿਹੜਾ ਕੋਰਸ ਹੈ ਉਹ ਸ਼ੁਰੂ ਕੀਤਾ ਵਾ। ਤੇ ਤੁਸੀਂ ਸਾਰੇ ਜਿਨ੍ਹਾਂ ਨੇ ਵੀ ਜੁਆਇਨ ਕਰਨਾ ਵਾ ਉਹ ਜਰੂਰ ਜੁਆਇਨ ਕਰਿਓ। 11 ਮਈ ਤੋਂ ਪਹਿਲਾਂ ਐਡਮਿਸ਼ਨ ਰਜਿਸਟ੍ਰੇਸ਼ਨ ਕਰਾ ਲਓ, ਕਿਉਂਕਿ 100 ਸੀਟਸ ਹੁੰਦੀਆਂ ਨੇ ਆਪਣੇ ਕੋਲ। Google Meet ਤੇ ਆਪਾਂ ਡੇਲੀ ਕਲਾਸਿਸ ਲਗਾਉਂਦੇ ਆ ਤੇ ਉਹਦੇ ਵਿੱਚ 100 ਤੋਂ ਵੱਧ ਜਿਹੜੇ ਸਟੂਡੈਂਟ ਆ ਉਹ ਐਡ ਨਹੀਂ ਹੁੰਦੇ। ਇਸ ਕਰਕੇ ਤੁਸੀਂ ਆ ਪਹਿਲਾਂ ਐਡਮਿਸ਼ਨ ਕਰਵਾ ਲਿਓ। ਹੁਣ ਆਪਾਂ ਗੱਲਬਾਤ ਕਰਦੇ ਆ ਰਸ ਸਿਧਾਂਤ ਦੀ। ਇਹ ਕਿੱਥੋਂ ਆ ਗਿਆ ਆਪਣੇ ਕੋਲ ਰਸ ਸਿਧਾਂਤ? ਇਹਦੇ ਵਿੱਚ ਆਂਦਾ ਕੀ ਹੈ, ਕਿੰਨੇ ਰਸ ਨੇ, ਠੀਕ ਹੈ, ਤੇ ਉਹਨਾਂ ਦਾ ਸਥਾਈ ਭਾਵ ਕੀ ਹੈ। ਇਦਾਂ ਦੀਆਂ ਸਾਰੀਆਂ ਗੱਲਾਂ ਅੱਜ ਆਪਾਂ ਕਰਾਂਗੇ ਜਿਹੜੀਆਂ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਕਾਫੀ ਇੰਪੋਰਟੈਂਟ ਹੈ। ਸ਼ੁਰੂਆਤ ਕਰਦੇ ਆ ਤੇ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਦੱਸਦਾ। ਇਹ ਭਾਰਤੀ ਕਾਵਿ ਸ਼ਾਸਤਰ ਦਾ ਟੌਪਿਕ ਹੈ ਜਿਹੜਾ ਅੱਜ ਆਪਾਂ ਕਰਨ ਲੱਗੇ ਆ। ਰਸ ਸਿਧਾਂਤ ਭਾਰਤੀ ਕਾਵਿ ਸ਼ਾਸਤਰ ਦੇ ਅਧੀਨ ਆਉਂਦਾ ਹੈ। ਤੇ ਇਹਦੇ ਵਿੱਚ ਹੁੰਦਾ ਕੀ ਹੈ, ਜਿੱਦਾਂ ਆਪਾਂ ਨੂੰ ਪਤਾ ਹੈ ਕਾਵਿ ਤੋਂ ਪਹਿਲਾਂ ਇਹ ਸਮਝ ਲਓ, ਕਾਵਿ ਦਾ ਅਰਥ ਹੈ ਸਾਹਿਤ। ਭਾਰਤੀ ਕਾਵਿ ਸ਼ਾਸਤਰ ਦੀ ਜੇ ਮੈਂ ਗੱਲ ਕਰੂੰਗਾ ਨਾ, ਤੇ ਪਹਿਲਾਂ ਸਾਹਿਤ ਨੂੰ ਕਾਵਿ ਕਿਹਾ ਜਾਂਦਾ ਸੀ। ਹੁਣ ਆਪਾਂ ਇਹਨੂੰ ਕਵਿਤਾ ਕਹਿਣਾ ਸ਼ੁਰੂ ਕਰ ਦਿੱਤਾ, ਪਰ ਪਹਿਲਾਂ ਇਹਨੂੰ ਕਾਵਿ ਕਿਹਾ ਜਾਂਦਾ ਸੀ, ਸਾਹਿਤ ਨੂੰ ਹੀ। ਠੀਕ ਹੈ, ਕਾਵਿ ਦੇ ਫਿਰ ਅੱਗੇ ਦੋ ਰੂਪ ਸੀ, ਗਦ ਤੇ ਪਦ, ਜਿਹਨੂੰ ਆਪਾਂ ਵਾਰਤਕ ਤੇ ਕਵਿਤਾ ਕਹਿ ਦਿੰਦੇ ਸੀ। ਤੇ ਪਹਿਲਾਂ ਜਦੋਂ ਪੁਰਾਣੇ ਆਪਣੇ ਸਮੇਂ ਦੇ ਵਿੱਚ ਜਦੋਂ ਇਹ ਸ਼ਾਸਤਰ ਰਚੇ ਗਏ, ਉਦੋਂ ਇਹਨੂੰ ਕਾਵਿ ਕਹਿ ਦਿੱਤਾ ਜਾਂਦਾ ਸੀ। ਤਾਂ ਹੀ ਆਪਾਂ ਕਹਿੰਦੇ ਆ ਭਾਰਤੀ ਕਾਵਿ ਸ਼ਾਸਤਰ, ਮਤਲਬ ਸਾਹਿਤ ਦਾ ਜਿਹੜਾ ਸ਼ਾਸਤਰ ਰਚਿਆ ਗਿਆ ਉਹਦੇ ਨਾਲ ਰਿਲੇਟਡ ਇਹ ਟੌਪਿਕ ਹੈ ਰਸ ਸਿਧਾਂਤ। ਇਹਦੇ ਬਾਰੇ ਗੱਲਬਾਤ ਕਰਦੇ ਆ। ਇਸ ਤੋਂ ਪਹਿਲਾਂ ਥੋੜੀ ਜੀ ਇੱਕ ਹੋਰ ਚੀਜ਼ ਨੋਟ ਕਰ ਲਓ। ਜਿਹੜਾ ਭਾਰਤੀ ਕਾਵਿ ਸ਼ਾਸਤਰ ਸੀ, ਇਹਨੂੰ ਆਪਾਂ ਦੋ ਭਾਗਾਂ ਦੇ ਵਿੱਚ ਵੰਡਦੇ ਸੀ ਪਹਿਲਾਂ। ਇੱਕ ਹੁੰਦਾ ਸੀ ਦ੍ਰਿਸ਼ ਕਾਵਿ ਤੇ ਇੱਕ ਆਪਣੇ ਕੋਲ ਹੁੰਦਾ ਸੀ ਸ਼ਰਵ ਕਾਵਿ। ਇੱਕ ਦੇਖਣ ਵਾਲਾ ਤੇ ਇੱਕ ਸੁਣਨ ਵਾਲਾ। ਉਹ ਜਿਹੜਾ ਸਾਹਿਤ ਜਿਹਨੂੰ ਤੇ ਇੱਕ ਆਪਾਂ ਕੀ ਆ ਪੜ੍ਹ ਕੇ ਜਾਂ ਸੁਣ ਕੇ ਗ੍ਰਹਿਣ ਕਰਦੇ ਸੀ, ਤੇ ਇੱਕ ਉਹ ਸਾਹਿਤ ਜਿਹਨੂੰ ਆਪਾਂ ਦੇਖ ਕੇ ਗ੍ਰਹਿਣ ਕਰਦੇ ਸੀ। ਜਿੱਦਾਂ ਨਾਟਕ ਆ ਜਾਂਦਾ ਸੀ ਜਿਹਦੇ ਵਿੱਚ ਦ੍ਰਿਸ਼ ਕਾਵਿ, ਉਹ ਤੁਹਾਨੂੰ ਪਤਾ ਹੀ ਹੈ। ਤੇ ਉਹਦੇ ਤੇ ਆਧਾਰ ਬਣਾ ਕੇ ਅੱਗੇ ਆਪਾਂ ਰਸ ਸਿਧਾਂਤ ਕਰਨ ਲੱਗੇ ਆ।
बस इन्ना कुछ फिलहाल चेता रखियो, क्योंकि रस सिद्धांत दे विच इन्नी कुछ लोड़ है आपां नूं याद रखण दी भी एक दृश काव्य ते एक शर्व काव्य, दोवां दे विच अंतर भी मैं तुहानूं दस दित्ता है। एक नूं आपां नाटक हो गया वेख के, दृश काव्य दे अधीन नाटक आ जांदा सी, जिन्हों वेख के आपां सिੱਖਦੇ सी, वेख के ਸਾਹਿਤ ग्रहण करते सी, ठीक है। ਜਾਂ दूजे दे विच शर्व काव्य दे विच अपने कोल प्रबंध काव्य आ गया, मुक्तक काव्य आ गया, वो जिहड़ियां चीज़ां आ जांदियां सी अपने कोल, ते उन्हां नूं आधार बना के अगे जिहड़ा रस दा टॉपिक है, रस बड़ी इंपॉर्टेंट चीज़ है हरेक ਸਾਹਿਤ दे विच। देखो जे रस ना होगा ਸਾਹਿਤ दे विच, रस की है आनंद जिहड़ा आपां नूं पढ़ के वो चीज़ नूं आउंदा है, ठीक है। जे वो होगा ही नहीं विच ते ओहदा फायदा ही की है चीज़ रचण दा, वो ते जिन्हों कहते ना जान तो बगैर होगी चीज़, वो ते जान ही नहीं है ਸਾਹਿਤ दे विच, जिहदे च रस नहीं हैगा। ਉਹੀ ਚੀਜ਼ ਆਪਾਂ ਸਿੱਖਣੀ ਹੈ ਵੀ ਰਸ ਕਿੱਦਾਂ ਪੈਦਾ ਹੁੰਦਾ ਹੈ, ਕਿੰਨੀ ਤਰ੍ਹਾਂ ਦਾ ਹੁੰਦਾ ਹੈ, ਤੇ ਇਹਨੂੰ ਸਾਹਿਤ ਦੇ ਵਿੱਚ ਕਿੱਦਾਂ ਜਿਹੜਾ ਵਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਪਾਠਕਾਂ ਦੇ ਮਨੋਭਾਵਾਂ ਉੱਤੇ ਇਹਦਾ ਡੂੰਘਾ ਪ੍ਰਭਾਵ ਪਵੇ। ਉਹ ਗੱਲਾਂ ਬਾਤਾਂ ਆਪਾਂ ਕਰਨੀਆਂ ਨੇ। ਹੁਣ ਦੇਖਿਓ ਤੁਸੀਂ, ਸ਼ੁਰੂਆਤ ਕਰਦੇ ਆ ਰਸ ਸਿਧਾਂਤ ਦੀ। ਪਹਿਲਾਂ ਤੇ ਇਹ ਗੱਲ ਚੇਤਾ ਰੱਖਣੀ ਹੈ ਵੀ ਇਹਦੇ ਮੋਢੀ ਕੌਣ ਨੇ। 1 ਨੰਬਰ ਦਾ ਸਵਾਲ ਹੈ, ਸਿੱਧਾ ਪੇਪਰ ਦੇ ਵਿੱਚ ਆ ਜਾਂਦਾ ਹੁੰਦਾ ਹੈ। ਜੇ ਤੁਹਾਨੂੰ ਪੇਪਰ ਦੇ ਵਿੱਚ ਪੁੱਛ ਲੈਣ ਵੀ ਰਸ ਸਿਧਾਂਤ ਦੇ ਬਾਨੀ ਕੌਣ ਨੇ, ਮੋਢੀ ਕੌਣ ਨੇ, ਤੇ ਉੱਥੇ ਉਸੇ ਵੇਲੇ ਤੁਸੀਂ ਲਾ ਦਿਓ ਆਚਾਰੀਆ ਭਰਤ ਮੁਨੀ। ਇਹ ਨਾਂ ਨੋਟ ਕਰੋ ਪਹਿਲਾਂ, ਜਿਹੜੇ ਆਚਾਰੀਆ ਭਰਤ ਮੁਨੀ ਨੇ, ਠੀਕ ਹੈ। ਇਹ ਰਸ ਸਿਧਾਂਤ ਦੇ ਮੋਢੀ ਨੇ ਆਚਾਰੀਆ ਭਰਤ ਮੁਨੀ ਹੋਣੀ, ਜਿਨ੍ਹਾਂ ਦਾ ਗ੍ਰੰਥ ਆਪਾਂ ਸਾਰਿਆਂ ਨੂੰ ਪਤਾ ਹੈ ਨਾਟਯ ਸ਼ਾਸਤਰ ਹੈ, ਠੀਕ ਹੈ। ਇਹਨਾਂ ਦੇ ਗ੍ਰੰਥ ਦਾ ਵੀ ਨਾਮ ਦਿੱਤਾ ਰੱਖ ਲਿਓ, ਨਾਟਯ ਸ਼ਾਸਤਰ ਦੇ ਗ੍ਰੰਥ ਦੀ ਇਹਨਾਂ ਨੇ ਰਚਨਾ ਕੀਤੀ, ਜਿਹਦੇ ਵਿੱਚ ਇਹਨਾਂ ਨੇ ਰਸ ਦੇ ਨਾਲ ਰਿਲੇਟਡ ਜਿਹੜੇ ਆਪਣੇ ਵਿਚਾਰ ਦਿੱਤੇ ਆ। ਉਹ ਕਿਹੜੇ ਵਿਚਾਰ ਦਿੱਤੇ ਆ ਉਹਨਾਂ ਦੀ ਅੱਜ ਆਪਾਂ ਗੱਲਬਾਤ ਕਰਾਂਗੇ, ਠੀਕ ਹੈ। ਪਹਿਲਾਂ ਇਹਨਾਂ ਚੇਤਾ ਰੱਖਣਾ ਹੈ ਰਸ ਸਿਧਾਂਤ ਦੇ ਬਾਨੀ ਕੌਣ ਨੇ, ਆਚਾਰੀਆ ਭਰਤ ਮੁਨੀ ਨੇ। ਇਹਨਾਂ ਦਾ ਗ੍ਰੰਥ ਕਿਹੜਾ ਹੈ, ਨਾਟਯ ਸ਼ਾਸਤਰ ਹੈ। ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਹੈ, ਰਸ ਦੇ ਸਿਧਾਂਤ ਦੇ ਨਾਲ ਆਪਣੇ ਵਿਚਾਰ ਦਿੱਤੇ ਨੇ। ਉਹ ਕਿਹੜੀ ਕਿਸਮ ਦੇ ਦਿੱਤੇ ਨੇ ਉਹ ਮੈਂ ਤੁਹਾਨੂੰ ਅੱਗੇ ਦੱਸੂਗਾ, ਠੀਕ ਹੈ। ਉਹ ਆਪਾਂ ਇੱਕ ਇੱਕ ਕਰਕੇ ਉਹਨੂੰ ਡਿਸਕਸ ਕਰਨਾ ਡਿਟੇਲ ਦੇ ਵਿੱਚ। ਤੇ ਹੋਰ ਇਸ ਤੋਂ ਇਲਾਵਾ ਇਸ ਟੌਪਿਕ ਤੇ ਕਿੰਨੇ ਰਿਸਰਚ ਕੀਤੀ ਹੈ ਜਾਂ ਕਿਹਦਾ ਕੰਮ ਹੈ ਪੁਰਾਣੇ ਆਚਾਰੀਆ ਦੇ ਵਿੱਚੋਂ, ਤੇ ਉਹਨਾਂ ਦੇ ਤੁਸੀਂ ਜੇ ਨਾਂ ਲਿਖਣੇ ਨੇ ਉਦਾਂ ਨੋਟ ਕਰ ਲਓ। ਆਚਾਰੀਆ ਭਰਤ ਮੁਨੀ ਤੋਂ ਬਾਅਦ ਇਸ ਤੋਂ ਇਲਾਵਾ ਹੋਰ ਕਿਹਨਾਂ ਨੇ ਇਹਦੇ ਤੇ ਕੰਮ ਕੀਤਾ ਹੈ, ਮੰਮਟ ਹੋਣਾ ਨੇ ਕੰਮ ਕੀਤਾ ਹੈ। ਉਹਨਾਂ ਨੇ ਇਹਦੇ ਬਾਰੇ ਗੱਲਬਾਤ ਕੀਤੀ ਹੈ ਰਸ ਸਿਧਾਂਤ ਬਾਰੇ। ਮੰਮਟ, ਆਚਾਰੀਆ ਮੰਮਟ ਨਾਂ ਤੁਸੀਂ ਸੁਣੇ ਹੋਣਗੇ, ਜ਼ਿਆਦਾਤਰ UGC ਨੈਟ ਵਿੱਚ ਆਉਂਦੇ ਨੇ। ਤੇ ਭੋਜ ਰਾਜ, ਭੱਬੇ ਹੋੜਾ ਜੱਜਾ ਭੋਜ ਰਾਜ, ਫਿਰ ਅੱਗੇ ਭਾਨੂ ਦੱਤ, ਇਹਨਾਂ ਦਾ ਵੀ ਵਧੀਆ ਕੰਮ ਹੈ ਰਸ ਸਿਧਾਂਤ ਤੇ। ਭਾਨੂ ਦੱਤ ਅੱਗੇ ਇਹਨਾਂ ਦੇ ਆਪਾਂ ਗੱਲ ਕਰਾਂਗੇ ਕੀ ਇਹਨਾਂ ਨੇ ਦਿੱਤਾ ਹੈ ਥੋੜਾ ਜਿਹਾ। ਭਾਨੂ ਦੱਤ ਅੱਗੇ ਲਿਖੋ ਜਗਨਨਾਥ, ਠੀਕ ਹੈ। ਇਦਾਂ ਦੇ ਬੜੇ ਆਚਾਰੀਆਂ ਨੇ ਜਿਨ੍ਹਾਂ ਨੇ ਰਸ ਸਿਧਾਂਤ ਤੇ ਜਿਹੜਾ ਹੈ ਉਹ ਖੋਜ ਕਰਕੇ ਤੇ ਆਪਾਂ ਨੂੰ ਉਹਦੇ ਬਾਰੇ ਗੱਲਬਾਤ ਕੀਤੀ, ਉਹਦੇ ਬਾਰੇ ਦੱਸਿਆ ਹੈ। ਹੁਣ ਆਪਾਂ ਗੱਲਬਾਤ ਕਰਦੇ ਹਾਂ ਵੀ ਇਹ ਸਿਧਾਂਤ ਫਿਰ ਭਰਤ ਮੁਨੀ ਹੋਣੀ ਕੀ ਮੰਨਦੇ ਸੀ। ਭਰਤ ਮੁਨੀ ਹੋਣਾ ਦਾ ਕਹਿਣਾ ਸੀ, ਜਾਂ ਰਸ ਸਿਧਾਂਤ ਦੇ ਜਿੰਨੇ ਵੀ ਆਚਾਰੀਆ ਸੀ ਉਹਨਾਂ ਦਾ ਇਹ ਕਹਿਣਾ ਸੀ ਵੀ ਜਿਹੜਾ ਰਸ ਹੈ ਇਹ ਕਾਵਿ ਦੀ ਆਤਮਾ ਹੈ। ਇਹ ਲਿਖ ਲਓ, ਇਹ ਕੀ ਮੰਨਦੇ ਸੀ, ਜਿਹੜਾ ਰਸ ਹੈ ਉਹ ਕਾਵਿ ਦੀ ਆਤਮਾ ਹੈ। ਰਸ ਨੂੰ ਕਾਵਿ ਦੀ ਆਤਮਾ ਕਿਹਾ ਜਾਂਦਾ ਸੀ। ਜਿੱਦਾਂ ਮੈਂ ਤੁਹਾਨੂੰ ਦੱਸਿਆ ਆ, ਕੋਈ ਵੀ ਸਾਹਿਤਕ ਰਚਨਾ ਵਾ, ਮੰਨ ਲਓ ਮੈਂ ਕਹਾਣੀ ਲਿਖ ਦਿੱਤੀ ਆ ਕੋਈ, ਜਾਂ ਸ਼ਿਵ ਕੁਮਾਰ ਬਟਾਲਵੀ ਉਹਨਾਂ ਨੇ ਕਵਿਤਾ ਹੀ ਲਿਖ ਦਿੱਤੀ ਆ ਕੋਈ, ਕਿਸੇ ਨੇ ਵੀ ਆਪਾਂ ਕਹਿ ਲਈਏ ਕਿਸੇ ਦੀ ਰਚਨਾ ਵੀ ਲੈ ਲਈ ਹੈ, ਤੇ ਜੇਕਰ ਉਹਦੇ ਵਿੱਚ ਰਸ ਹੀ ਨਹੀਂ ਹੈਗਾ ਤੇ ਉਹਨੂੰ ਫਾਇਦਾ ਕੀ ਹੈ ਲਿਖਣ ਦਾ ਤੇ ਪੜ੍ਹਨ ਦਾ। ਪ੍ਰਭਾਵ ਹੀ ਨਹੀਂ ਪਿਆ ਤੁਹਾਡੇ ਤੇ ਕੋਈ, ਤੁਹਾਡੇ ਅੰਦਰ ਜਿਹੜੇ ਭਾਵ ਆ, ਫੀਲਿੰਗਸ ਆ, ਜੇ ਉਹੀ ਨਾ ਜਾਗੀਆਂ ਉਹਨੂੰ ਪੜ੍ਹ ਕੇ। ਇਹੋ ਹੀ ਚੀਜ਼ ਹੈ ਰਸ। ਜੇ ਤੁਹਾਡੇ ਅੰਦਰ ਫੀਲਿੰਗਸ ਹੀ ਨਾ ਜਾਗੀਆਂ ਤਾਂ ਫਿਰ ਫਾਇਦਾ ਹੀ ਕੀ ਉਹ ਚੀਜ਼ ਦਾ, ਠੀਕ ਹੈ। ਉਹੀ ਇਹ ਦੱਸਦੇ ਨੇ ਆਚਾਰੀਆ ਭਰਤ ਮੁਨੀ ਹੋਣੀ। ਆਂਦੇ ਗੱਲਬਾਤ ਉਦੋਂ ਬਣਦੀ ਹੈ ਜਦੋਂ ਰਸ ਪੈਦਾ ਹੋ ਜੇ ਅੰਦਰ। ਤੁਹਾਡੇ ਸਾਰਿਆਂ ਦੇ ਅੰਦਰ ਫੀਲਿੰਗਸ ਹੈਗੀਆਂ ਨੇ, ਮੇਰੇ ਅੰਦਰ ਵੀ ਹੈ, ਤੁਹਾਡੇ ਅੰਦਰ ਵੀ ਹੈ। ਜਦੋਂ ਉਹ ਸਾਹਿਤ ਨੂੰ ਪੜ੍ਹ ਕੇ ਉਹ ਫੀਲਿੰਗਸ ਪੈਦਾ ਹੋ ਜਾਂਦੀਆਂ ਨੇ, ਉਹੀ ਤੇ ਰਸ ਸਿਧਾਂਤ ਦਾ ਸਾਰਾ ਸਿਧਾਂਤ ਹੈ ਵੀ ਕਿੱਦਾਂ ਹੁੰਦੀਆਂ ਨੇ ਪੈਦਾ। ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਨੀ ਹੈ, ਠੀਕ ਹੈ। ਤੇ ਹੁਣ ਆਪਾਂ ਅੱਗੇ ਗੱਲਬਾਤ ਸ਼ੁਰੂ ਕਰਦੇ ਹਾਂ। ਰਸ ਕੀ ਆ, ਕਾਵਿ ਦੀ ਆਤਮਾ ਹੈ। ਕੋਈ ਵੀ ਸਾਹਿਤ ਹੈ ਉਹਦੀ ਆਤਮਾ ਹੈ ਰਸ। ਉਹ ਜੀਂਦਾ ਹੈ ਸਾਹਿਤ ਕਿਹਦੇ ਕਰਕੇ, ਰਸ ਦੇ ਕਰਕੇ, ਜੇਕਰ ਉਹਦੇ ਵਿੱਚ ਰਸ ਹੈਗਾ ਹੈ, ਠੀਕ ਹੈ। ਅੱਗੇ ਸਾਰਾ ਤੁਹਾਨੂੰ ਕਲੀਅਰ ਹੋ ਜਾਣਾ ਹੈ ਰਸ ਤੋਂ ਕੀ ਭਾਵ ਹੈ, ਕਿਹੜੇ ਵਿਭਾਵ ਕੀ ਹੈ, ਅਲੰਬਨ ਕੀ ਹੈ, ਉਦੀਪਨ ਕੀ ਹੈ। ਵੇਖਿਆ ਸਾਰੀਆਂ ਟਰਮ ਆਪਾਂ ਕਲੀਅਰ ਕਰ ਲਾਂਗੇ। ਰਸ ਕਿੰਨੀ ਤਰ੍ਹਾਂ ਦਾ ਹੁੰਦਾ ਹੈ ਸਾਰਾ ਕੁਝ ਗੱਲਬਾਤ ਕਰਾਂਗੇ ਅੱਗੇ ਜਾ ਕੇ ਆਪਾਂ। ਹੁਣ ਪਹਿਲਾਂ ਤੁਸੀਂ ਲਿਖ ਲਓ ਵੀ ਜਿਹੜੇ ਆਚਾਰੀਆ ਭਰਤ ਮੁਨੀ ਸੀ ਨਾਟਯ ਸ਼ਾਸਤਰ ਦੇ ਵਿੱਚ ਇਹਨਾਂ ਨੇ ਕੀ ਕਿਹਾ ਸੀ। ਉਹ ਇੱਕ ਮੈਂ ਲਾਈਨ ਦੱਸਦਾ ਵਾਂ ਤੁਹਾਨੂੰ, ਉਹ ਇਦਾਂ ਹੀ ਨੋਟ ਕਰ ਲਓ, ਫਿਰ ਮੈਂ ਉਹਨੂੰ ਐਕਸਪਲੇਨ ਵੀ ਕਰੂੰਗਾ ਜਿਹੜੀ ਉਹਨਾਂ ਨੇ ਆਪਣੇ ਨਾਟਯ ਸ਼ਾਸਤਰ ਦੇ ਵਿੱਚ ਲਿਖੀ ਆ ਰਸ ਦੇ ਬਾਰੇ। ਉਹ ਕਹਿੰਦੇ ਸੀ ਵਿਭਾਵ, ਠੀਕ ਹੈ, ਵਿਭਾਵ, ਨੁਭਾਵ, ਨੁਭਾਵ ਦਾ ਮਤਲਬ ਅਨੁਭਾਵ, ਠੀਕ ਹੈ। ਇਹ ਜਿੱਦਾਂ ਲਾਈਨ ਉਹਨਾਂ ਨੇ ਆਪਣੇ ਗ੍ਰੰਥ ਦੇ ਵਿੱਚ ਲਿਖੀ ਮੈਂ ਉਦਾਂ ਹੀ ਲਿਖਦਾ ਪਿਆ, ਇਹਨੂੰ ਨੋਟ ਕਰ ਲਿਓ। ਵਿਭਾਵ, ਨੁਭਾਵ, ਵਿਚਾਰ, ਠੀਕ ਹੈ। ਹਾਂ, ਵਿਚਾਰ ਇਹਨੂੰ ਸੰਚਾਰ ਵੀ ਕਹਿ ਦਿੰਦੇ ਜੀ, ਠੀਕ ਹੈ। ਇਹਦਾ ਮਤਲਬ ਇਹ ਵਿਚਾਰ ਦਾ ਮਤਲਬ ਸੰਚਾਰ ਜਾਂ ਸੰਚਾਰੀ, ਸੰਚਾਰੀ ਦੇਖ ਲਓ। ਤੇ ਸੰਯੋਗਾਦ ਰਸ ਨਿਸ਼ਪਤ, ਸੰਯੋਗਾਦ
रस निष्पत्त, निष्पत्त हुंदा उत्पत्ति, ठीक है, पैदा होना। वो कहते सी विभाव, एक विभाव नूं ले लिया सी, एक अनुभाव मतलब अनुभाव, ठीक है, एक विभाव हो गया, एक अनुभाव हो गया, एक व्यभिचार मतलब संचारी भाव जिहड़ा आंदे इन्हां तिन्नां दे संयोग तो जदों ये तिन्ने चीज़ां आपस में मिल जांदियां ने ते रस पैदा हो जाता है, निष्पत्त हो जाती है, निष्पत्ति हो जाती है, उसकी उत्पत्ति हो जाती है रस की। यह आचार्य भरत मुनि होना का मनना है, आ लिखी उन्होंने लाइन वो अपनी, ठीक है, नाट्य शास्त्र च वो की कहते हैं विभाव। ये मैं तुहानूं दसूंगा की हुंदा विभाव अनुभाव, इहनूं अगे एक्सप्लेन करांगे आपां वधिया तरीके नाल। अनुभाव ते संचारी भाव जिन्हों व्यभिचारी भी उन्होंने लिखा है। आंदे जदों इन्हां तिन्हां दा संयोग हो जाता है तो उदों रस की उत्पत्ति हो जाती है, निष्पत्ति हो जाती है। निष्पत्ति जिहड़ी है रस की वो हो जाती है जदों इन्हां दा संयोग हो जाता है। हुण इन्हां दा संयोग किद्दां हुंदा है उही आपां अगे डिटेल च पढ़न लगे हैं, ठीक है। एक मनोविग्यानक हुंदा है, मनोविग्यान भी अपना काम करदा है, अंदर पैदा हुंदा है ते नाल दी नाल अपने शरीर दे अंग भी हरकत करदे ने। इन्हां दोवां दा जिहड़ा वा संयोग हो जाता है, वो आपां गल करांगे कि किद्दां हुंदा है, ठीक है। हुण अगे गल करदे हां, एक इहदे विच टर्म आउंदी है सधारणीकरण। जदों ये सारियां चीज़ां पैदा हो जांदियां ने, ठीक है, अपने अंदर ते उदों की हुंदा है स्थाई भाव भी प्रगट हो गया। इन्हां सारे बारे मैं दस देना, जे नहीं ना समझ लगदी पई स्थाई भाव की है, विभाव की है, ते कोई गल नहीं, क्योंकि आपां अजे करना डिस्कस सारा। ते एक सधारणीकरण अखीर ते हो जाता है, इन्ना चेता रख लेना, वो भी मैं उदों ही दसूंगा लास्ट ते, ज़्यादा समय लगूगी जदों आपां समझ के करांगे, ठीक है। एक सधारणीकरण टर्म है। हुण आपां गलबात करदे हां रस बारे, शुरू होण लगा विभाव तो, वो लिख लो तुसीं, वो नोट कर लो विभाव वो की हुंदा है, ठीक है। आ इन्ना नोट कर लो, इंपॉर्टेंट है। देखो छोटे छोटे जे प्रश्न बन जाने, मैं नाल ही दसा की करदा हुंदा जदों मैं लैक्चर लावां गूगल मीट ते भी, ते मैं स्टूडेंट नूं नाल ही दस दिंदा हुंदा वां भी आ फलाना प्रश्न बनदा पिया जे, इत्थों आ प्रश्न बन सकदा जे मास्टर कैडर दे पेपर च, इत्थों इहदा प्रश्न आ सकदा जे। ਇਹਦੇ ਨਾਲ ਬਹੁਤ ਬੈਨੀਫਿਟ ਹੁੰਦਾ ਵਾ। ਬੈਨੀਫਿਟ ਕੀ ਹੁੰਦਾ, ਸਟੂਡੈਂਟ ਨੂੰ ਉਸੇ ਵੇਲੇ ਪਤਾ ਲੱਗ ਜਾਂਦਾ ਵੀ ਕਿੱਦਾਂ ਦੇ ਪ੍ਰਸ਼ਨ ਬਣਦੇ ਪਏ ਆ, ਤੇ ਪਹਿਲਾਂ ਹੀ ਉਹਨਾਂ ਦਾ ਮਾਈਂਡ ਸੈੱਟ ਹੋ ਜਾਂਦਾ ਵਾ, ਠੀਕ ਹੈ। ਕਲਾਸ ਦੇ ਵਿੱਚ ਮਾਈਂਡ ਸੈੱਟ ਕਰ ਲਈਦਾ ਵੀ ਪੇਪਰ 'ਚ ਪ੍ਰਸ਼ਨ ਕਿੱਦਾਂ ਦਾ ਆਉਣਾ ਜੇ, ਫਿਰ ਉੱਥੇ ਕਨਫਿਊਜ਼ ਨਹੀਂ ਹੁੰਦਾ ਸਟੂਡੈਂਟ, ਠੀਕ ਹੈ। ਇਹ ਚੀਜ਼ ਹੈ ਇੰਪੋਰਟੈਂਟ। ਤੇ ਇਹਦੇ ਵਿੱਚ ਮੈਂ ਦੱਸ ਦਿੱਤਾ ਤੁਹਾਨੂੰ, ਇਹਦੇ ਰਸ ਸਿਧਾਂਤ ਦੇ ਮੋਢੀ ਪੁੱਛ ਲੈਣ, ਆਚਾਰੀਆ ਭਰਤ ਮੁਨੀ, ਉਹਨਾਂ ਦਾ ਗ੍ਰੰਥ ਪੁੱਛ ਲੈਣ, ਨਾਟਯ ਸ਼ਾਸਤਰ, ਰਸ ਨੂੰ ਕਾਵਿ ਦੀ ਆਤਮਾ ਕਿਹਨਾਂ ਨੇ ਕਿਹਾ ਵਾ, ठीक है। तो वह रस सिद्धांत वाले जो आचार्य उन्होंने कहा वा, जां उत्थे भरत मुनि होना का नाम पिया होगा, बाकी जिन्हों का इहदे नाल कोई संबंध नहीं है दूर दूर का, उन्हों का नाम पिया होगा, वो पता लग जाऊगा तुहानूं, ठीक है। तो जिहड़ा आचार्य भरत मुनि होना ने उन्होंने की कहा वा, विभाव अनुभाव ते संचारी भाव जिहड़ा वा, इन्हां दा जदों संयोग हो जाता है तो उदों रस की की हो जाती है, उत्पत्ति हो जाती है, रस पैदा हो जाता है। हुण किद्दां संयोग हुंदा है उही आपां गलबात करन लगे हां। देखो विभाव लिखो, सब तो पहला विभाव की, विभाव बारे जे आपां गलबात करिए तो इहनूं तुसीं इदां नोट कर सकदे जे। एक मैं लाइन बोलदा वां, पहलां ओह लिख लो, फिर मैं उहनूं समझाउणा वां तुहानूं। वो कहंदे साहित्य दे विच जां काव्य दे विच, काव्य तो मेरा की भाव है कहण दा, साहित्य, ठीक है। आंदे साहित्य विच जदों आपां उन्हां विषयां नूं, वस्तुआं नूं जां दृश्यां नूं, ठीक है, कोई भी चीज़ आपां साहित्य लिखदे पए, आपां कोई विशा लैंदे आ, कोई आपां वस्तुआं दी गल करदे आ, उहदे विच कोई आपां दृश्य रचदे आ, ठीक है, जां स्थितियां दा चित्रण करदे आ। ਜਦੋਂ ਆਂਦੇ ਇਹਨਾਂ ਚੀਜ਼ਾਂ ਦਾ ਚਿੱਤਰਣ ਕਰੀਏ ਆਪਾਂ, ਜਿਹੜੀਆਂ ਆਪਣੇ ਮਨ ਦੇ ਵਿੱਚ ਪਹਿਲਾਂ ਤੋਂ ਮੌਜੂਦ ਜਿਹੜੇ ਭਾਵ ਹੁੰਦੇ ਆ ਜਾਂ ਆਪਣੇ ਅੰਦਰ ਜਿਹੜੀਆਂ ਫੀਲਿੰਗਸ ਆ, ਜਦੋਂ ਵੀ ਕੋਈ ਲੇਖਕ ਜਾਂ ਕੋਈ ਵੀ ਕਵੀ ਜਾਂ ਕੋਈ ਵੀ ਜਿਹੜਾ ਰਚਨਾ ਕਰਦਾ ਪਿਆ ਵਾ, ਉਹ ਸਥਿਤੀਆਂ ਨੂੰ ਆਧਾਰ ਬਣਾ ਕੇ, ਕਿਸੇ ਵਿਸ਼ੇ ਨੂੰ ਆਧਾਰ ਬਣਾ ਕੇ, ਜਾਂ ਆਪਾਂ ਕਹਿ ਦਈਏ ਕਿਸੇ ਦ੍ਰਿਸ਼ ਨੂੰ ਆਧਾਰ ਬਣਾ ਕੇ ਜਦੋਂ ਉਹ ਚਿੱਤਰਣ ਕਰਦਾ ਵਾ ਉਹਨਾਂ ਦਾ ਸਾਹਿਤ ਦੇ ਵਿੱਚ, ਤੇ ਉਦੋਂ ਜਿਹੜੀਆਂ ਆਪਣੇ ਅੰਦਰ ਫੀਲਿੰਗਸ ਪਈਆਂ ਹੁੰਦੀਆਂ ਵਾ, ਪਹਿਲਾਂ ਤੋਂ ਭਾਵ ਜਿਹੜੇ ਪਏ ਹੁੰਦੇ ਆਪਣੇ ਅੰਦਰ, ठीक है, उन्होंने भावां नूं जगाउंदा वा, उन्होंने भावां नूं जगाया जांदा, जागदे आ भाव जिहड़े अंदर अपने हुंदे, सारिआं दे अंदर हैगे। अपने अंदर खुशी भी आ, अपने अंदर गमी भी आ, अपने अंदर क्रोध भी आ, अपने अंदर उत्साह भी आ, अपने अंदर हासा भी आ जिहड़े भाव आ अपने अंदर सारे। ਜਦੋਂ कोई रचना पढ़ के ਜਾਂ ਜਦੋਂ कोई ਸਾਹਿਤਕਾਰ कोई भी रचनकार रचना करदा वा, ਉਹ ਜਦੋਂ ਆਪਣੀ ਰਚਨਾ ਦੇ ਵਿੱਚ ਦ੍ਰਿਸ਼ ਚਿੱਤਰਨ ਕਰਕੇ ਜਾਂ ਜਿਹੜੀਆਂ ਵੀ ਚੀਜ਼ਾਂ ਵਸਤੂਆਂ ਦੀ ਵਰਤੋਂ ਕਰਕੇ ਕਿਸੇ ਦੇ ਅੰਦਰ ਮੌਜੂਦਾ ਭਾਵਾਂ ਨੂੰ ਜਦੋਂ ਜਗਾਉਂਦਾ ਵਾ ਜਾਂ ਇਹਨਾਂ ਨੂੰ ਹੋਰ ਤੀਬਰ ਕਰ ਦਿੰਦਾ ਵਾ, ਪਹਿਲਾਂ ਤੋਂ ਜਗੇ ਹੁੰਦੇ ਤੇ ਹੋਰ ਤੇਜ਼ ਕਰ ਦੂਗਾ ਇਹਨਾਂ ਨੂੰ, ਉਹਨੂੰ ਹੀ ਵਿਭਾਵ ਕਹਿੰਦੇ ਜੇ। ਲੱਗੀ ਨਾ ਸਮਝਣ, ਉਹੀ ਚੀਜ਼ ਵਿਭਾਵ ਆ। ਤੁਹਾਡੇ ਅੰਦਰ ਪਹਿਲਾਂ ਤੋਂ ਮੌਜੂਦ ਜਿਹੜੀਆਂ ਤੁਹਾਡੀਆਂ ਫੀਲਿੰਗਸ ਆ, ਜਦੋਂ ਕੋਈ ਸਾਹਿਤਕਾਰ ਆਪਣੀ ਰਚਨਾ ਕਰਦਾ ਵਾ, ਉਹਨਾਂ ਨੂੰ ਪੜ੍ਹ ਕੇ ਤੁਹਾਡੇ ਅੰਦਰ ਦੀਆਂ ਉਹ ਭਾਵ ਜਿਹੜੇ ਆ, ਉਹ ਫੀਲਿੰਗਸ ਉਹ ਜਾਗ ਜਾਂਦੀਆਂ ਵਾ ਜਾਂ ਹੋਰ ਉਤੇਜਿਤ ਹੋ ਜਾਂਦੀਆਂ ਵਾ, ਹੋਰ ਤੇਜ਼ ਹੋ ਜਾਂਦੀਆਂ, ਪਹਿਲਾਂ ਤੋਂ ਵੀ ਸੀ ਤੇ ਜਾਗੀਆਂ ਵਾ ਤੇ ਹੋਰ ਤੇਜ਼ ਹੋ ਗਈਆਂ ਵਾ, ਉਹਨਾਂ ਨੂੰ ਹੀ ਵਿਭਾਵ ਕਹਿ ਦਿੱਤਾ ਜਾਂਦਾ ਵਾ, ਠੀਕ ਹੈ। ਇਹ ਚੀਜ਼ ਨੋਟ ਕਰਨੀ ਆ। ਇਹਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ, ਜੇ ਵਿਭਾਵ ਨੂੰ ਉਹ ਲਿਖ ਲਓ, ਵਿਭਾਵ
ਇਹਨੂੰ ਆਪਾਂ ਦੋ ਭਾਗਾਂ ਜਿਹਨੂੰ ਮੰਨਦੇ ਹਾਂ। ਦੇਖੋ ਪਹਿਲੇ ਤੇ ਹੈਗਾ ਜੇ ਅਲੰਬਣ ਵਿਭਾਗ, ਤੇ ਦੂਜੇ ਤੇ ਆਪਣੇ ਕੋਲ ਆਉਂਦਾ ਜੇ ਉਦੀਪਨ ਵਿਭਾਗ। ਉਦੀਪਨ ਵਿਭਾਗ, ਅਲੰਬਣ ਵਿਭਾਗ ਤੇ ਉਦੀਪਨ ਵਿਭਾਗ। ਅਲੰਬਣ ਵਿਭਾਗ ਜਿਹੜਾ ਵਾ ਇਹ ਅੱਗੇ ਫਿਰ ਦੋ ਕਿਸਮਾਂ 'ਚ ਵੰਡਿਆ ਜਾਂਦਾ, ਸੌਖਾ ਹੀ ਆ ਲਿਖ ਲਓ। ਵਿਸ਼ੇ ਅਲੰਬਣ ਤੇ ਜਾਂ ਵਸਤੂ ਅਲੰਬਣ, ਜਾਂ ਇਹਨੂੰ ਆਪਾਂ ਆਸਰਾ ਅਲੰਬਣ ਵੀ ਕਹਿ ਦਿੰਦੇ ਹਾਂ। ਵਿਸ਼ੇ ਅਲੰਬਣ ਜਾਂ ਵਸਤੂ ਅਲੰਬਣ, ਠੀਕ ਹੈ, ਜਾਂ ਇਹਨੂੰ ਆਪਾਂ ਆਸਰਾ ਅਲੰਬਣ ਕਹਿ ਦਿੰਦੇ ਹਾਂ। ਆਸਰਾ ਅਲੰਬਣ ਲਿਖ ਲਓ, ਉਹਦੇ ਨਾਲ ਜਲਦੀ ਸਮਝ ਲੱਗ ਜੂਗੀ। ਵਸਤੂ ਅਲੰਬਣ ਜਾਂ ਆਸਰਾ ਅਲੰਬਣ, ਆ ਦੋ ਤਰ੍ਹਾਂ ਦਾ ਜਿਹੜਾ ਆਪਣੇ ਕੋਲ ਅਲੰਬਣ ਆ ਉਹ ਆ। ਵਿਭਾਗ ਬਾਰੇ ਤੁਹਾਨੂੰ ਪਤਾ ਲੱਗ ਗਿਆ, ਠੀਕ ਹੈ। ਹੁਣ ਆਪਾਂ ਗੱਲ ਕਰਦੇ ਆ ਅਲੰਬਣ ਕੀ ਆ, ਅਲੰਬਣ ਬਾਰੇ ਗੱਲਬਾਤ ਕਰਦੇ ਆ। ਹੁਣ ਕੀ ਹੁੰਦਾ ਵਾ, ਮੰਨ ਲਓ ਥੋੜਾ ਜਿਹਾ ਮੈਂ ਤੁਹਾਨੂੰ ਇਹਦੇ ਬਾਰੇ ਵੀ ਪਹਿਲਾਂ ਲਿਖਾ ਦਾਂ, ਫਿਰ ਮੈਂ ਤੁਹਾਨੂੰ ਸਮਝਾਉਂਗਾ। ਆਂਦੇ ਜਿਹਦੇ ਸਹਾਰੇ ਲਿਖ ਲਓ, ਨੋਟ ਕਰ ਲਓ, ਨੋਟਸ ਨਾਲ ਦੀ ਨਾਲ ਬਣਾ ਲਿਆ ਕਰੋ। ਇਦਾਂ ਹੀ ਆਪਾਂ ਕਲਾਸ ਦੇ ਵਿੱਚ ਕਰਦੇ ਆ, ਨਾਲ ਦੀ ਨਾਲ ਆਪਾਂ ਨੋਟਸ ਬਣਵਾ ਦੇਈਦੇ ਨੇ, ਬਾਅਦ ਚ ਜਦੋਂ ਪੜੋ ਉਸੇ ਵੇਲੇ ਸਮਝ ਵੀ ਲੱਗ ਜਾਏ। ਆਂਦੇ ਜਿਹਦੇ ਸਹਾਰੇ ਪ੍ਰੇਮ, ਕ੍ਰੋਧ, ਉਤਸ਼ਾਹ, ਆ ਜਿਹੜੇ ਸਾਰੇ ਭਾਵ ਆ ਆਪਣੇ ਅੰਦਰ ਪਏ ਆਦਿ ਪ੍ਰਗਟ ਕੀਤੇ ਜਾਣ। ਹੁਣ ਜਿਨ੍ਹਾਂ ਚੀਜ਼ਾਂ ਦੇ ਸਹਾਰੇ ਪ੍ਰਗਟ ਹੁੰਦੇ ਆ ਉਹਨਾਂ ਨੂੰ ਹੀ ਅਲੰਬਣ ਕਿਹਾ ਜਾਂਦਾ ਵਾ। ਜਿਹੜਾ ਉਹਦੇ ਵਿੱਚ ਕਿਸੇ ਕਵਿਤਾ ਦੇ ਵਿੱਚ ਜਾਂ ਕਿਸੇ ਰਚਨਾ ਦੇ ਵਿੱਚ, ਕਿਸੇ ਨਾਟਕ ਦੇ ਵਿੱਚ ਜਿਹੜਾ ਵੀ ਕੋਈ ਨਾਇਕ ਨਾਇਕਾ ਵਰਤੇ ਜਾਂਦੇ ਆ ਉਹੀ ਅਲੰਬਣ ਆ। ਹੋਰ ਕੀ ਅਲੰਬਣ? ਕੁਝ ਵੀ ਨਹੀਂ ਆ। ਜਿਹੜੇ ਨਾਇਕ ਨਾਇਕਾ ਉਹਨੇ ਵਰਤੇ ਆ ਉਹ ਕਵਿਤਾ ਦੇ ਵਿੱਚ ਜਾਂ ਆਪਣੇ ਕਾਵ ਦੇ ਵਿੱਚ, ਜਿਹੜੀ ਵੀ ਰਚਨਾ ਵਾ, ਕਾਵ ਜਦੋਂ ਮੈਂ ਕਹੂੰਗਾ ਆਪੇ ਸਮਝ ਜੋ ਮੈਂ ਕਵਿਤਾ ਦੀ ਗੱਲ ਕਰਦਾ ਪਿਆ, ਮੈਂ ਨਾਟਕ ਦੀ ਗੱਲ ਕਰਦਾ ਪਿਆ, ਮੈਂ ਹਰ ਚੀਜ਼ ਦੀ, ਹਰ ਸਾਹਿਤ ਦੇ ਰੂਪ ਦੀ ਗੱਲ ਕਰਦਾ ਪਿਆ। ਜਦੋਂ ਵੀ ਉਹਦੇ ਵਿੱਚ ਉਹ ਕੋਈ ਨਾਇਕ ਨਾਇਕਾ ਨੂੰ ਲੈ ਕੇ ਆਉਂਦਾ ਹੈ, ਠੀਕ ਹੈ, ਤੇ ਉਹਦੇ ਨਾਲ ਤੁਹਾਡੇ ਅੰਦਰ ਦੀਆਂ ਫੀਲਿੰਗਸ ਉਜਾਗਰ ਕਰਦਾ ਹੈ, ਉਹੀ ਤੇ ਅਲੰਬਣ ਹੈ। ਨਾਇਕ ਨਾਇਕਾ ਹੀ ਅਲੰਬਣ ਹੈ, ਠੀਕ ਹੈ, ਇੱਕ ਤਰ੍ਹਾਂ ਦੇ ਨਾਲ। ਜਿੱਦਾਂ ਮੈਂ ਤੁਹਾਨੂੰ ਉਦਾਹਰਨ ਦਿੰਦਾ ਵਾ, ਆਪਾਂ ਚੰਡੀ ਦੀ ਵਾਰ ਸਾਰਿਆਂ ਨੇ ਪੜ੍ਹੀ ਹੋਈ ਆ, ਠੀਕ ਹੈ, ਤੇ ਆਪਾਂ ਸਾਹਿਤ ਦੇ ਵਿੱਚ ਆਪਾਂ ਨੂੰ ਤੁਹਾਨੂੰ ਪਤਾ ਲੱਗੀ ਵੀ ਹੋਈ ਆ, ਆਪਾਂ ਨੂੰ ਮਾਸਟਰ ਕੈਡਰ ਦੇ ਸਿਲੇਬਸ 'ਚ ਵੀ ਆ। ਗੁਰੂ ਗੋਬਿੰਦ ਸਿੰਘ ਜੀ ਨੇ ਵੀਰ ਰਸ ਦੇ ਵਿੱਚ ਜਾਂ ਵੀਰ ਕਾਵ ਦੇ ਵਿੱਚ ਆਪਾਂ ਗੱਲਬਾਤ ਕਰਦੇ ਆ ਉਹਨਾਂ ਬਾਰੇ, ਤੇ ਉਹ ਚੰਡੀ ਦੀ ਵਾਰ ਆਪਾਂ ਪੜ੍ਹੀ ਆ। ਉਹਦੇ ਵਿੱਚ ਹੁਣ ਅਲੰਬਣ ਕੀ ਆ? ਚੰਡੀ ਦੀ ਵਾਰ ਦੇ ਵਿੱਚ ਅਲੰਬਣ ਆ ਦੁਰਗਾ ਮਾਤਾ, ਨਾਲ ਕੀ ਆ ਅਲੰਬਣ? ਨਾਲ ਰਾਖਸ਼ ਆ। ਉਹਨਾਂ ਦੇ ਰਾਹੀਂ ਆਪਣੇ ਅੰਦਰ ਦੇ ਭਾਵ ਉਜਾਗਰ ਹੁੰਦੇ ਆ ਨਾ, ਜਦੋਂ ਉਹ ਆਪਸ 'ਚ ਯੁੱਧ ਕਰਦੇ ਆ, ਕਿੱਦਾਂ ਲੜਦੇ ਆ, ਤੇ ਉਹ ਪੜ੍ਹ ਕੇ ਉਹਨੂੰ ਉਤਸ਼ਾਹ ਪੈਦਾ ਹੋ ਜਾਂਦਾ, ਅੰਦਰ ਜੋਸ਼ ਆ ਜਾਂਦਾ ਵਾ। ਉਹੀ ਤੇ ਚੀਜ਼ ਅਲੰਬਣ ਆ। ਵਿਭਾਵ ਕੀ ਆ? ਉਹ ਭਾਵ ਦਾ ਜਾਗਣਾ। ਤੇ ਅਲੰਬਣ ਕੀ ਆ? ਜਿਨ੍ਹਾਂ ਦੇ ਸਹਾਰੇ ਇਹ ਵਿਭਾਵ ਤੁਹਾਡੇ ਅੰਦਰ ਜਗਾਇਆ ਜਾਂਦਾ ਵਾ। ਕਿਹਨਾਂ ਦੇ ਸਹਾਰੇ ਜਗਾਇਆ ਜਾਂਦਾ ਵਾ? ਨਾਇਕ ਦੇ ਤੇ ਨਾਇਕਾ ਦੇ। ਜਾਂ ਆਪਾਂ ਗੱਲ ਕਰਦੀ ਹੈ ਇੱਕ ਜਿਹੜਾ ਹੀਰੋ ਹੁੰਦਾ ਫਿਲਮ ਦੇ ਵਿੱਚ, ਜਾਂ ਇੱਕ ਵਿਲਨ ਹੁੰਦਾ, ਠੀਕ ਹੈ, ਇੱਕ ਨਾਇਕ ਹੁੰਦਾ ਤੇ ਇੱਕ ਦੂਸਰਾ ਜਿਹੜੀ ਚੰਗੀ ਧਿਰ ਆ, ਇੱਕ ਮਾੜੀ ਧਿਰ ਆ। ਜਿੱਦਾਂ ਚੰਡੀ ਦੀ ਵਾਰ ਦੇ ਵਿੱਚ ਜਿਹੜੇ ਦੁਰਗਾ ਮਾਤਾ ਵਾ ਉਹ ਦੇਵੀ ਦੇਵਤਿਆਂ ਦੀ ਰੱਖਿਆ ਕਰਦੇ ਆ, ਤੇ ਰਾਖਸ਼ ਜਿਹੜੇ ਆ ਉਹ ਮਾੜੀ ਧਿਰ ਵਜੋਂ ਪ੍ਰਗਟ ਕੀਤੇ ਆ ਉਹਦੇ ਵਿੱਚ, ਠੀਕ ਹੈ। ਵਿਰੋਧੀ ਧਿਰ ਜਿਹਨੂੰ ਆਪਾਂ ਕਹਿ ਦਿੰਦੇ ਆ ਆਪਣੀ ਭਾਸ਼ਾ ਦੇ ਵਿੱਚ, ਇੱਕ ਵਿਰੋਧੀ ਧਿਰ ਹੁੰਦੀ ਆ ਤੇ ਇੱਕ ਜਿਹੜੀ ਮੁੱਖ ਧਿਰ ਹੁੰਦੀ ਆ। ਉਹਨਾਂ ਦੋਵਾਂ ਨੂੰ ਜਦੋਂ ਆਧਾਰ ਬਣਾ ਕੇ ਜਿਹੜੀ ਰਚਨਾ ਕਰਕੇ ਤੁਹਾਡੇ ਅੰਦਰ ਦੇ ਵਿਭਾਵਾਂ ਨੂੰ ਪ੍ਰਗਟ ਕੀਤਾ ਜਾਂਦਾ, ਉਹੀ ਅਲੰਬਣ ਆ, ਠੀਕ ਹੈ। ਹੁਣ ਇਹਦੇ ਵਿੱਚ ਕੀ ਆ? ਵਿਸ਼ੇ ਅਲੰਬਣ ਕੀ ਆ ਤੇ ਫਿਰ ਆਸਰਾ ਅਲੰਬਣ ਕੀ ਆ? ਵਿਸ਼ੇ ਅਲੰਬਣ ਹੁੰਦਾ ਵਾ ਜਿਹੜਾ ਮੁੱਖ ਹੋਵੇ, ਮੁੱਖ ਨਾਇਕ, ਜਿੱਦਾਂ ਦੁਰਗਾ ਮਾਤਾ ਵਾ ਚੰਡੀ ਦੀ ਵਾਰ ਦੇ ਵਿੱਚ, ਉਹ ਕਿਹਦੇ ਵਜੋਂ ਕਾਰਜ ਕਰ ਰਹੇ ਆ? ਉਹ ਵਿਸ਼ੇ ਅਲੰਬਣ ਆ। ਤੇ ਉਹਨੂੰ ਹੋਰ ਪ੍ਰਭਾਵਿਤ ਕਰਨ ਵਾਸਤੇ ਕਾਵ ਨੂੰ ਜਾਂ ਉਹ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੀਤਾ? ਨਾਲ ਆਸਰਾ ਅਲੰਬਣ ਲਿਆ। ਕਿਹਨਾਂ ਦਾ ਆਸਰਾ ਲਿਆ? ਰਾਖਸ਼ਾਂ ਦਾ, ਰਾਖਸ਼ ਲੈਣ ਦੇ। ਹੁਣ ਦੇਖੋ ਕੋਈ ਵੀ ਰਚਨਾ ਵਾ, ਆਪਾਂ ਹੋਰ ਐਗਜ਼ਾਮਪਲ ਲੈ ਲੈਂਦੇ ਆ, ਕੋਈ ਫਿਲਮ ਦੀ ਰਚਨਾ ਲੈ ਲਓ। ਜੇ ਮੰਨ ਲਓ ਇੱਕ ਨਾਇਕ ਆ, ਹੀਰੋ ਆ ਫਿਲਮ ਦੇ ਵਿੱਚ, ਠੀਕ ਹੈ, ਕੋਈ ਰੋਮਾਂਟਿਕ ਫਿਲਮ ਹੀ ਲਾ ਲਓ ਤੁਸੀਂ, ਤੇ ਉਹਦੇ ਵਿੱਚ ਨਾਇਕਾ ਹੀ ਨਾ ਹੋਵੇ ਤੇ ਕੀ ਰੋਮਾਂਸ ਰਹਿ ਜਾਊਗਾ? ਰੋਮਾਂਸ ਤੇ ਨਹੀਂ ਨਾ ਕੋਈ ਹੋਇਆ ਫਿਲਮ ਦੇ ਵਿੱਚ। ਜਿਹਨੇ ਰੋਮਾਂਟਿਕ ਫਿਲਮ ਰਚਣੀ ਆ, ਕਿਸੇ ਨੇ ਰੋਮਾਂਟਿਕ ਨਾਟਕ ਰਚਨਾ, ਨਾਟਕ ਲਾ ਲਓ, ਤੇ ਉਹਦੇ ਵਿੱਚ ਜੇ ਹੀਰੋ ਆ, ਨਾਇਕ ਆ, ਤੇ ਜੇ ਨਾਇਕਾ ਹੀ ਨਾ ਲੈ ਕੇ ਆਇਆ ਤੇ ਫਿਰ ਉਹ ਰੋਮਾਂਸ ਤੇ ਹੋਣਾ ਹੀ ਨਹੀਂ ਉਹਦੇ ਵਿੱਚ, ਠੀਕ ਹੈ ਨਾ। ਰੋਮਾਂਸ ਕਰਨ ਵਾਸਤੇ ਕਿਹਨੂੰ ਲੈ ਕੇ ਆਇਆ? ਨਾਇਕਾ ਨੂੰ। ਤੇ ਨਾਇਕਾ ਕੀ ਹੋ ਗਈ? ਆਸਰਾ ਅਲੰਬਣ। ਉਹਦਾ ਆਸਰਾ ਲਿਆ ਵਾ ਉਹਨੇ ਵਿਭਾਵ ਪੈਦਾ ਕਰਨ ਵਾਸਤੇ, ਤੇ ਉਹ ਕੀ ਹੋ ਗਈ? ਆਸਰਾ ਅਲੰਬਣ। ਤੇ ਜਿਹੜਾ ਮੁੱਖ ਹੀ ਨਾਇਕ ਜਾਂ ਜੋ ਵੀ ਸੀ ਉਹਦੇ ਵਿੱਚ, ਉਹਨੂੰ ਕੀ ਕਹਿ ਦਿੱਤਾ ਆਪਾਂ? ਵਿਸ਼ੇ ਅਲੰਬਣ। ਇਹ ਚੀਜ਼ ਆ, ਠੀਕ ਹੈ, ਇਹ ਨਹੀਂ ਆ। ਅੱਗੇ ਆਪਾਂ ਗੱਲ ਕਰਦੇ ਆ ਉਦੀਪਨ ਦੀ। ਉਦੀਪਨ ਵਿਭਾਵ ਕੀ ਹੈਗਾ ਵਾ ਉਹਦੇ ਬਾਰੇ ਲਿਖ ਲਓ ਹੁਣ ਥੋੜਾ ਜਿਹਾ, ਫਿਰ ਮੈਂ ਐਕਸਪਲੇਨ ਕਰ ਦੂੰਗਾ। ਆਂਦੇ ਜਿਨ੍ਹਾਂ ਵਸਤੂਆਂ ਜਾਂ ਹਾਲਾਤਾਂ ਨੂੰ ਵੇਖ ਕੇ, ਜਿਹੜੀਆਂ ਹੁਣ ਵਸਤੂਆਂ ਵਾ ਵਿੱਚ ਉਹਦੇ, ਇੱਕ ਤੇ ਹੋ ਗਏ ਨਾਇਕ ਨਾਇਕਾ ਜਿਹੜੇ ਲਏ ਆ, ਉਹ ਅਲੰਬਣ ਹੋ ਗਿਆ। ਹੁਣ ਜਿਹੜੀਆਂ ਵਸਤੂਆਂ ਲਈਆਂ ਜਾਂਦੀਆਂ ਉਹਦੇ ਵਿੱਚ, ਜਾਂ ਜਿਹੜੇ ਦ੍ਰਿਸ਼ ਦਿਖਾਏ ਜਾਂਦੇ ਆ ਤੁਹਾਨੂੰ, ਉਹਨਾਂ ਦੇ ਨਾਲ ਵੀ ਤੁਹਾਡੇ ਅੰਦਰ ਫੀਲਿੰਗਸ ਜਾਗਦੀਆਂ ਨਾ। ਦ੍ਰਿਸ਼, ਹੁਣ ਦ੍ਰਿਸ਼ਾਂ ਦੀ ਗੱਲ ਕਰਾਂਗੇ। ਜਿਹੜੀਆਂ ਵਸਤੂਆਂ ਨੂੰ ਵੇਖ ਕੇ ਜਾਂ ਜਿਹੜੇ ਦ੍ਰਿਸ਼ ਵਿਖਾਏ ਜਾਂਦੇ ਆ ਤੁਹਾਨੂੰ,
ਉਹਨਾਂ ਨੂੰ ਵੇਖ ਕੇ ਤੁਹਾਡੇ ਅੰਦਰ ਜਿਹੜੇ ਭਾਵ ਆ ਉਹ ਪ੍ਰਗਟ ਹੁੰਦੇ ਆ, ਪਿਆਰ ਦੇ, ਜੋਸ਼ ਦੇ, ਉਤਸ਼ਾਹ ਦੇ, ਹਾਸੇ ਦੇ, ਵਸਤੂਆਂ ਜਿਹੜੀਆਂ ਲਈਆਂ ਜਾਂਦੀਆਂ ਨਾਲ ਆਧਾਰ ਬਣਾ ਕੇ। ਤੇ ਜਿਹੜੇ ਸਥਾਈ ਭਾਵ ਅੰਦਰ ਪ੍ਰਗਟ ਤੁਹਾਡੇ ਪਏ ਹੁੰਦੇ ਆ, ਉਹ ਜਦੋਂ ਪ੍ਰਗਟ ਹੋ ਜਾਂਦੇ ਆ ਵਸਤੂਆਂ ਦੇ ਰਾਹੀਂ ਜਾਂ ਦ੍ਰਿਸ਼ਾਂ ਦੇ ਰਾਹੀਂ, ਤੇ ਉਹਨਾਂ ਨੂੰ ਉਦੀਪਨ ਵਿਭਾਵ ਕਿਹਾ ਜਾਂਦਾ ਵਾ। ਉਦਾਹਰਨ ਦਊਂਗਾ, ਸਾਰਾ ਕਲੀਅਰ ਹੋ ਜਾਊਗਾ। ਉਦਾਹਰਨ ਕੀ ਆ, ਹੁਣ ਦੇਖੋ ਜਿੱਦਾਂ ਆਪਾਂ ਦੇਖਦੇ ਆ ਨਾ, ਨਾਇਕ ਨਾਇਕਾ, ਜਦੋਂ ਮੰਨ ਲਓ ਰੋਮਾਂਟਿਕ ਫਿਲਮ ਦੀ ਆਪਾਂ ਉਦਾਹਰਨ ਲੈ ਲੈਂਦੇ ਆ, ਉਹ ਗਾਣਾ ਕੋਈ ਚੱਲਦਾ ਹੋਵੇ ਤੇ ਉਹ ਕੀ ਵਿਖਾਉਣਗੇ, ਉਹ ਨਾਇਕ ਜਿਹੜਾ ਵਾ ਉਹ ਫੁੱਲਾਂ, ਨਾਇਕਾ ਜਿਹੜੀ ਆ ਫੁੱਲਾਂ ਦੇ ਵਿੱਚ ਜਾ ਰਹੀ ਆ, ਫੁੱਲ ਖਿੜਦੇ ਪਏ ਆ, ਉਹ ਕੀ ਆ, ਵਸਤੂਆਂ ਵਿਖਾਉਂਦੇ ਪਏ, ਉਦੀਪਨ ਆ, ਉਦੀਪਨ ਵਿਭਾਵ ਪੈਦਾ ਕਰ ਰਿਹਾ ਵਾ। ਜਾਂ ਜਿੱਦਾਂ ਆਪਾਂ ਜੇ ਚੰਡੀ ਦੀ ਵਾਰ ਦੀ ਉਦਾਹਰਨ ਲਈਏ ਤੇ ਉਹਦੇ ਵਿੱਚ ਕੀ ਆ, ਉਹ ਜਿਹੜੇ ਰਾਖਸ਼ਾਂ ਨੇ ਤਲਵਾਰਾਂ ਫੜੀਆਂ ਹੁੰਦੀਆਂ ਵਾ, ਜਿੱਦਾਂ ਲਿਖਦੇ ਆ ਗੁਰੂ ਸਾਹਿਬ, ਲਸ਼ਕਣ ਤੇਗਾਂ ਬਰਸ਼ੀਆਂ ਸੂਰਜ ਨਜ਼ਰ ਨਾ ਆਵੇ। ਤੇਗਾਂ ਦੀ ਗੱਲ ਕੀਤੀ, ਬਰਸ਼ੀਆਂ ਦੀ ਗੱਲ ਕੀਤੀ, ਵੀ ਇੰਨੀ ਜ਼ਿਆਦਾ ਲਸ਼ਕੋਰ ਉਹਨਾਂ ਦੀ ਸੀ ਜੰਗ ਦੇ ਵਿੱਚ ਵੀ ਸੂਰਜ ਦੀ ਲਸ਼ਕੋਰ ਫਿੱਕੀ ਪੈ ਰਹੀ ਸੀ ਉਹਦੇ ਸਾਹਮਣੇ। ਕਹਿਣ ਤੋਂ ਭਾਵ ਇਹ ਆ ਵੀ ਸੂਰਜ ਤੱਕ ਨਹੀਂ ਸੀ ਨਜ਼ਰ ਆ ਰਿਹਾ, ਇੰਨੀ ਲਸ਼ਕੋਰ ਸੀ ਉਹਨਾਂ ਜਿਹੜੀਆਂ ਉਹਨਾਂ ਨੇ ਤੇਗਾਂ ਦੇ ਬਰਸ਼ੀਆਂ ਫੜੀਆਂ ਹੋਈਆਂ ਸੀ। ਇਹ ਕੀ ਆ, ਹੁਣ ਵੇਖੋ ਜੋਸ਼ ਪੈਦਾ ਹੋ ਗਿਆ ਸੁਣ ਕੇ ਅੰਦਰ ਤੁਹਾਡੇ, ਤੇ ਇਹ ਕੀ ਕਰ ਦਿੱਤਾ ਵਾ, ਇਹ ਉਦੀਪਨ ਵਿਭਾਵ ਜਿਹੜੀ ਆ ਉਹਦੀ ਵਰਤੋਂ ਕੀਤੀ ਆ ਵਿਭਾਵਾਂ ਨੂੰ ਪ੍ਰਗਟ ਕਰਨ ਦੇ ਲਈ। ਨਾਲ ਜਿਹੜੀਆਂ ਚੀਜ਼ਾਂ ਜਿਹੜੀਆਂ ਲਈਆਂ ਵਾ, ਵਸਤੂਆਂ ਜਾਂ ਦ੍ਰਿਸ਼ਾਂ ਦਾ ਚਿੱਤਰਣ ਕੀਤਾ ਵਾ, ਜਿਹਦੇ ਨਾਲ ਇਹ ਚੀਜ਼ ਹੋਰ ਤੁਹਾਡੇ ਅੰਦਰ ਪੈਦਾ ਹੋ ਜਾਏ, ਵਿਭਾਵ ਜਿਹੜੇ ਆ ਹੋਰ ਤੀਬਰ ਉਜਾਗਰ ਹੋਣ। ਠੀਕ ਹੈ, ਉਹਦੀ ਗੱਲਬਾਤ ਕੀਤੀ ਆ। ਠੀਕ ਹੈ, ਜਿੱਦਾਂ ਨਗਾਰੇ ਵੱਜਣੇ, ਠੀਕ ਹੈ, ਲੱਖ ਨਗਾਰੇ ਵੱਜਣ ਆਮੋ ਸਾਹਮਣੇ, ਰਾਕਸ਼ ਰੋਣੋ ਨਾ ਭੱਜਣ। ਠੀਕ ਹੈ, ਰੋਹੇ ਜਿੱਦਾਂ ਆਪਾਂ ਕਹਿ ਦਿੰਦੇ ਆ, ਚੋਟ ਪਈ ਦਮਾਮੇ ਦਲਾ ਮੁਕਾਬਲਾ, ਘੇਰ ਲਈ ਵਰਿਆਮੀ ਦੁਰਗਾ ਆਣ ਕੇ। ਠੀਕ ਹੈ, ਚੋਟ ਪਈ ਦਮਾਮੇ ਆਂਦੇ, ਉਹਨਾਂ ਨੇ ਦਮਾਮਿਆਂ ਦੇ ਨਗਾਰੇ ਵਜਾਏ, ਇੱਕ ਵਾਰੀ ਖੜਾਕ ਹੋਇਆ, ਹਨਾ, ਲਸ਼ਕਣ ਤੇਗਾਂ ਬਰਸ਼ੀਆਂ, ਤੇਗਾਂ ਦਾ ਜਿਹੜਾ ਲਿਸ਼ਕਾਰਾ ਪਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਸਤੂਆਂ ਲਈਆਂ ਜਾਂਦੀਆਂ, ਇਹੋ ਹੀ ਉਦੀਪਨ ਆ। ਜਿੱਦਾਂ ਜੇ ਆਪਾਂ ਹੋਰ ਗੱਲ ਕਰੀਏ ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ, ਫੁੱਲਾਂ ਦਾ ਖਿੜਨਾ। ਠੀਕ ਹੈ, ਇਦਾਂ ਦੇ ਜਿਹੜੀਆਂ ਉਦਾਹਰਨਾਂ ਇਹਦੇ ਵਿੱਚ ਆਪਾਂ ਲੈ ਸਕਦੇ ਆ। ਅੱਗੇ ਆਪਾਂ ਗੱਲ ਕਰਦੇ ਆ ਹੁਣ ਜਿਹੜਾ ਉਹਨਾਂ ਨੇ ਦੂਜੀ ਗੱਲ ਕੀਤੀ ਆ ਆਚਾਰੀਆ ਭਰਤ ਮੁਨੀ ਹੋਣਾ ਨੇ, ਅਨੁਭਾਵ ਦੀ। ਇਹ ਨਹੀਂ, ਇਹਨੂੰ ਨੋਟ ਕਰ ਲਓ, ਵਿਭਾਵ ਤੁਹਾਡਾ ਖਤਮ ਹੋ ਗਿਆ। ਦੇਖੋ ਇਹ ਕੁਝ ਹੀ ਇਹਦੇ ਵਿੱਚ, ਹੋਰ ਕੀ ਹੀ ਇਹਦੇ ਵਿੱਚ। ਠੀਕ ਹੈ, ਅਨੁਭਾਵ ਦੀ ਗੱਲ ਕਰਦੇ ਆ, ਉਹ ਤੁਸੀਂ ਉਹ ਨੋਟ ਕਰੋ, ਮੈਂ ਰੱਬ ਕਰ ਦੇਣ ਲੱਗਾ। ਅਨੁਭਾਵ ਕੀ ਆ, ਇਹ ਲਿਖੋ। ਹੁਣ ਇਹ ਵੀ ਤੁਹਾਨੂੰ ਦੱਸਿਆ ਨਾ ਆਚਾਰੀਆ ਭਰਤ ਮੁਨੀ ਹੋਣਾ ਨੇ, ਫਿਰ ਦੱਸਿਆ ਵਾ ਵੀ ਇਹਨਾਂ ਦੇ ਸੰਯੋਗ ਦੇ ਨਾਲ ਵਿਭਾਵ ਤੁਹਾਨੂੰ ਪਤਾ ਲੱਗ ਗਿਆ। ਹੁਣ ਵਿਭਾਵ ਦੇ ਨਾਲ ਅਨੁਭਾਵ ਦਾ ਸੰਯੋਗ ਕਿੱਦਾਂ ਹੁੰਦਾ ਵਾ, ਉਹ ਤੁਸੀਂ ਲਿਖ ਲਓ। ਅਨੁਭਾਵ ਕੀ ਆ, ਅਨੁਭਾਵ ਨੂੰ ਕਾਰਜ ਵੀ ਕਹਿ ਦਿੰਦੇ ਆ। ਇੱਕ ਲਾਈਨ ਦੇ ਵਿੱਚ ਜਾਂ ਇੱਕ ਸ਼ਬਦ ਦੇ ਵਿੱਚ ਜਿਹਨੂੰ ਆਪਾਂ ਚੇਤੇ ਰੱਖਣਾ ਹੋਵੇ ਕਾਰਜ। ਹੁਣ ਇਹਦੇ ਵਿੱਚ ਹਰਕਤਾਂ ਦੀ ਗੱਲ ਆਊਗੀ। ਠੀਕ ਹੈ, ਉਹ ਤੇ ਹੋ ਗਈਆਂ ਇਹ ਅੰਦਰ ਦੀਆਂ ਫੀਲਿੰਗਸ, ਮਨੋਵਿਗਿਆਨਕ ਸਾਰਾ ਕੁਝ। ਹੁਣ ਇਹਦੇ ਵਿੱਚ ਨਾਲ ਦੀ ਨਾਲ ਹਰਕਤਾਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਉਹ ਕੀ ਆ, ਅਤੇ ਵਿਭਾਵਾਂ ਨੂੰ ਥੋੜਾ ਲਿਖ ਲਓ। ਵਿਭਾਵਾਂ ਦੁਆਰਾ ਜਦ ਸਥਾਈ ਭਾਵ ਜਾਗ ਪੈਂਦੇ ਹਨ। ਵਿਭਾਵ ਦੇ ਨਾਲ ਆਪਾਂ ਵਿਭਾਵ ਦੀ ਗੱਲ ਕੀਤੀ ਆ, ਉਹਦੇ ਨਾਲ ਆਪਣੇ ਅੰਦਰ ਜਿਹੜੀਆਂ ਫੀਲਿੰਗਸ ਸੀ ਉਹ ਜਾਗ ਗਈਆਂ। ਠੀਕ ਹੈ, ਵਿਭਾਵਾਂ ਦੀ ਵਰਤੋਂ ਕਰਕੇ ਆਪਾਂ ਨਾਇਕ ਨਾਇਕਾ ਦੀ ਵੇਖ ਕੇ ਆਪਣੇ ਅੰਦਰ ਦੀਆਂ ਫੀਲਿੰਗਸ ਜਾਗੀਆਂ, ਜਾਂ ਆਲੇ ਦੁਆਲੇ ਦੀਆਂ ਵਸਤੂਆਂ ਵੇਖ ਕੇ ਆਪਣੇ ਅੰਦਰ ਫੀਲਿੰਗਸ ਜਾਗੀਆਂ। ਉਹ ਜਦੋਂ ਜਾਗ ਗਈਆਂ, ਹੁਣ ਅਗਲਾ ਕੰਮ ਕੀ ਹੁੰਦਾ ਵਾ, ਉਹੀ ਅਨੁਭਾਵ ਆ। ਉਹ ਲਿਖੋ ਹੁਣ। ਆਂਦੇ ਉਹ ਜਦੋਂ ਜਾਗ ਪੈਂਦੀਆਂ ਵਾ ਤੇ ਅਜਿਹੇ ਮਨੋਭਾਵਾਂ ਦੇ ਕਾਰਨ ਜਿਹੜਾ ਨਾਇਕ ਹੁੰਦਾ ਵਾ ਜਾਂ ਪੜਨ ਵਾਲਾ ਪਾਠਕ ਹੁੰਦਾ ਵਾ, ਜੇ ਫਿਲਮ 'ਚ ਕੰਮ ਕਰਦਾ ਪਿਆ ਕੋਈ ਜਾਂ ਨਾਟਕ 'ਚ, ਤੇ ਜਾਂ ਜਿਹੜਾ ਨਾਇਕ ਆ ਉਹ ਹੁਣ ਕੀ ਕਰੂਗਾ ਉਹਦੇ ਵਿੱਚ, ਜਾਂ ਜੇ ਤੁਸੀਂ ਸਰੋਤੇ ਜੇ ਪਾਠਕ ਜੇ ਤੁਸੀਂ ਉਹਨੂੰ ਪੜ੍ਹਦੇ ਪਏ ਦੇਖਦੇ ਪਏ, ਤੁਹਾਡੇ ਅੰਦਰ ਵੀ ਉਹ ਚੀਜ਼ ਪੈਦਾ ਹੋਊਗੀ ਨਾਇਕ ਵਾਂਗੂ। ਠੀਕ ਹੈ, ਆਂਦੇ ਜਿਹੜਾ ਫਿਰ ਨਾਇਕ ਹੁੰਦਾ ਵਾ, ਪਾਠਕ ਹੁੰਦਾ, ਸਰੋਤਾ ਹੁੰਦਾ, ਉਹ ਜਦੋਂ ਹਰਕਤ ਤੇ ਕਾਰਜ ਕਰਦਾ ਵਾ, ਹੁਣ ਹਰਕਤ ਕਰੂਗਾ ਉਹ ਜਦੋਂ ਵਿਭਾਵ ਸਥਾਈ ਭਾਵ ਅੰਦਰੋਂ ਪ੍ਰਗਟ ਹੋ ਗਿਆ ਵਾ। ਉਹਦੇ ਸਥਾਈ ਭਾਵ ਤੋਂ ਕੀ ਭਾਵ ਆ ਵੀ ਜਿਹੜਾ ਅੰਦਰ ਫੀਲਿੰਗਸ ਪਹਿਲਾਂ ਤੋਂ ਮੌਜੂਦ ਸੀ ਉਹ ਜਦੋਂ ਪ੍ਰਗਟ ਹੋ ਗਈ ਆ ਤੇ ਉਦੋਂ ਕੀ ਹੋਊਗਾ, ਫਿਰ ਉਹ ਹਰਕਤ ਕਰੂਗਾ। ਇਹਨੂੰ ਹੀ ਅਨੁਭਾਵ ਕਹਿੰਦੇ ਆ। ਹੋਰ ਕੀ ਆ, ਮੈਂ ਫਿਰ ਇੱਕ ਵਾਰੀ ਬੋਲਦਾ ਵਾਂ, ਲਿਖ ਲਓ। ਆਂਦੇ ਵਿਭਾਵਾਂ ਦੁਆਰਾ ਜਦ ਸਥਾਈ ਭਾਵ ਜਾਗ ਪੈਂਦੇ ਹਨ। ਆਪਾਂ ਪੜਿਆ ਵਿਭਾਵਾਂ ਦੁਆਰਾ ਜਦ ਸਥਾਈ ਵਿਭਾਵ ਆਪਣੇ ਅੰਦਰ ਹੁੰਦੇ ਆ, ਉਹ ਜਾਗ ਪੈਂਦੇ ਆ। ਸਥਾਈ ਭਾਵ ਜਿਹੜੇ, ਜਿੱਦਾਂ ਸਥਾਈ ਭਾਵ ਕਿਹੜੇ ਮੈਂ ਫਿਰ ਦੱਸਦਾ ਵਾਂ, ਜਿੱਦਾਂ ਖੁਸ਼ੀ, ਗਮੀ, ਜੋਸ਼, ਉਤਸ਼ਾਹ, ਕ੍ਰੋਧ, ਘਿਰਨਾ, ਆਹ ਸਾਰੀਆਂ ਚੀਜ਼ਾਂ, ਹਾਸਾ, ਇਹ ਜਦੋਂ ਸਥਾਈ ਭਾਵ ਆਪਣੇ ਅੰਦਰ ਉਜਾਗਰ ਹੁੰਦੇ ਆ ਤੇ ਉਦੋਂ ਇਹਦੇ ਨਾਲ ਇਹਦੇ ਕਾਰਨ ਜਿਹੜਾ ਨਾਇਕ ਆ, ਪਾਠਕ ਆ ਜਾਂ ਸਰੋਤਾ ਵਾ, ਠੀਕ ਹੈ, ਉਹ ਹਰਕਤ ਕਰਦਾ ਵਾ ਜਾਂ ਕਾਰਜ ਕਰੂਗਾ, ਉਹਨੂੰ ਹੀ ਅਨੁਭਾਵ ਕਹਿੰਦੇ ਆ। ਅੱਗੇ ਹੁਣ ਆਪਾਂ ਗੱਲਬਾਤ ਕਰਦੇ ਆ ਵੀ ਇਹਨਾਂ ਫਿਰ ਕਾਰਜਾਂ ਦੀ, ਜਿਨ੍ਹਾਂ ਆਪਾਂ ਇਹ ਵੀ ਇਹਦੀ ਪਰਿਭਾਸ਼ਾ ਲੈ ਸਕਦੇ ਆ, ਜਿਨ੍ਹਾਂ ਕਾਰਜਾਂ ਦੀ ਸਹਾਇਤਾ ਨਾਲ ਸਥਾਈ ਭਾਵਾਂ ਨੂੰ ਅਨੁਭਵ ਕੀਤਾ ਜਾਂਦਾ ਹੈ। ਹੁਣ ਜੇ ਕਿਸੇ 'ਚ ਜੋਸ਼ ਆ ਗਿਆ ਵਾ, ਉਹ ਕੀ ਕਰੂਗਾ, ਉਹ ਜੋਸ਼ ਆ ਗਿਆ, ਉਹ ਬਹੂਗਾ ਨਹੀਂ, ਉਹ ਚੁੱਕੂਗਾ ਤੇਗ, ਫੜੂਗਾ, ਠੀਕ ਹੈ, ਕਾਰਜ ਕਰੂਗਾ, ਵੱਧ ਕਰਨਾ ਸ਼ੁਰੂ ਕਰੂਗਾ, ਮਤਲਬ ਜ਼ਾਲਮਾਂ ਦਾ ਉਹਨਾਂ ਨੂੰ ਮਾਰਨਾ ਸ਼ੁਰੂ ਕਰੂਗਾ, ਜੋਸ਼ ਆ ਜਾਊਗਾ। ਹੁਣ ਕਰ ਦਿੱਤਾ ਨਾ, ਐਕਸ਼ਨ ਕਰ ਦਿੱਤਾ ਉਹਨੇ, ਕਾਰਜ ਕਰ ਦਿੱਤਾ, ਇਹੋ ਹੀ ਅਨੁਭਾਵ ਆ।
ਹੁਣ ਕਾਰਜ ਕਰੂਗਾ ਉਹ। ਤੇ ਇਹਦੀ ਪਰਿਭਾਸ਼ਾ ਵੀ ਇਹੋ ਦੱਸੀ ਹੋਈ ਆ ਵੀ ਜਿਨ੍ਹਾਂ ਕਾਰਜਾਂ ਦੀ ਸਹਾਇਤਾ ਨਾਲ ਸਥਾਈ ਭਾਵਾਂ ਦਾ ਅਨੁਭਵ ਹੁੰਦਾ ਹੈ। ਹੁਣ ਅਨੁਭਵ ਕਰੋਗੇ ਸਥਾਈ ਭਾਵਾਂ ਨੂੰ ਵੀ ਮੇਰੇ ਅੰਦਰ ਇਹ ਚੀਜ਼ ਆ ਗਈ ਆ, ਠੀਕ ਹੈ, ਤੇ ਉਹ ਫਿਰ ਇਹ ਚੀਜ਼ ਨੂੰ ਜਿਹੜਾ ਵਾ ਇਸਤੇਮਾਲ ਕਰੂਗਾ, ਕਾਰਜ ਦੇ ਵਿੱਚ ਲਿਆਊਗਾ। ਇਹਨੂੰ ਹੀ ਅਨੁਭਵ ਕਿਹਾ ਜਾਂਦਾ ਹੈ। ਤੇ ਅੱਗੇ ਜੇ ਆਪਾਂ ਗੱਲਬਾਤ ਕਰੀਏ ਤੇ ਅਨੁਭਵ ਜਿਹੜਾ ਵਾ ਉਹ ਹੁੰਦਾ ਜਿਹੜਾ 4 ਤਰ੍ਹਾਂ ਦੇ ਨਾਲ ਵੰਡ ਕੀਤੀ ਆ। ਭਾਨੂ ਦੱਤ ਹੋਣਾ ਨੇ ਇਹਦੀ ਗੱਲਬਾਤ ਕੀਤੀ ਆ, 4 ਤਰ੍ਹਾਂ ਦੇ ਨਾਲ ਅਨੁਭਵ ਦੀ ਅੱਗੇ ਉਹਨਾਂ ਨੇ ਵੰਡ ਕਰ ਦਿੱਤੀ ਆ। ਉਹਦੀ ਹੁਣ ਆਪਾਂ ਗੱਲਬਾਤ ਕਰਦੇ ਹਾਂ। ਭਾਨੂ ਦੱਤ ਹੋਣਾ ਨੇ ਜਿੱਦਾਂ ਵੰਡਿਆ ਅਨੁਭਵ ਨੂੰ ਉਹਨਾਂ ਨੇ 4 ਭਾਗਾਂ ਤੇ ਹੋਰ ਐਕਸਪਲੇਨ ਕਰ ਦਿੱਤਾ। ਆਂਦੇ ਜੀ ਇਹ 4 ਤਰ੍ਹਾਂ ਦਾ ਹੁੰਦਾ ਅਨੁਭਵ। ਉਹ ਲਿਖ ਲਓ ਤੁਸੀਂ ਕਿਹੜਾ ਕਿਹੜਾ। ਉਹ ਲਿਖੋ ਪਹਿਲੇ ਤੇ ਕਾਇਕ ਅਨੁਭਵ, ਫਿਰ ਅੱਗੇ ਲਿਖੋ ਤੁਸੀਂ ਮਾਨਸਿਕ, ਫਿਰ ਆਹਾਰਿਆ। ਆ ਤੁਹਾਡੇ ਪ੍ਰਸ਼ਨ ਜੇ ਸਾਰੇ ਅਨੁਭਵ ਅੱਗੇ ਕਿੰਨੇ ਭਾਗਾਂ 'ਚ ਵੰਡਿਆ ਹੈ ਭਾਨੂ ਦੱਤ ਉਹਨਾਂ ਨੇ 4 ਦੇ ਵਿੱਚ, ਠੀਕ ਹੈ। ਕਾਇਕ ਮਾਨਸਿਕ ਵਿੱਚੋਂ ਵੀ ਇੱਕ ਇੱਕ ਪ੍ਰਸ਼ਨ ਪੁੱਛ ਸਕਦਾ ਤੁਹਾਨੂੰ, ਆਹਾਰਿਆ ਤੇ ਸਾਤਵਿਕ। ਇਹਦੇ ਵਿੱਚ ਮੈਂ ਦੱਸੂਗਾ ਪ੍ਰਸ਼ਨ ਕਿਦਾਂ ਆਉਂਦਾ, ਠੀਕ ਹੈ। ਅਨੁਭਵ ਵਿੱਚ 4 ਭਾਗਾਂ ਦੇ ਵਿੱਚ ਅੱਗੇ ਵੰਡਿਆ ਗਿਆ ਵਾ। ਕਾਇਕ ਤੋਂ ਕੀ ਭਾਵ ਆ? ਸਰੀਰਿਕ ਪੱਧਰ ਉੱਤੇ, ਇਦਾਂ ਹੀ ਨੋਟ ਕਰ ਲਿਓ, ਇਦਾਂ ਹੀ ਪ੍ਰਸ਼ਨ ਆਏ ਨਾ, ਐਕਸਪਲੇਨ ਮੈਂ ਇਹਨੂੰ ਕਰ ਦੂੰਗਾ। ਕਾਇਕ ਪਹਿਲਾਂ ਬੋਲਦਾ ਪਿਆ ਮੈਂ। ਸਰੀਰਿਕ ਪੱਧਰ ਉੱਤੇ ਬਨਾਉਟੀ ਹਰਕਤਾਂ ਕਰਨ ਦੀ ਅਵਸਥਾ, ਇੱਕ ਲਾਈਨ 'ਚ ਲਿਖੋ ਬਸ, ਤੁਹਾਨੂੰ ਪੇਪਰ 'ਚ ਪੁੱਛ ਲੂਗਾ। ਸਰੀਰਿਕ ਪੱਧਰ ਉੱਤੇ ਬਨਾਉਟੀ ਹਰਕਤਾਂ ਕਰਨ ਦੀ ਜਿਹੜੀ ਅਵਸਥਾ ਵਾ ਉਹ ਅਨੁਭਵ ਦਾ ਕਿਹੜੀ ਕਿਸਮ ਆ? ਉਹ ਕਾਇਕ ਆ, ਮਾਨਸਿਕ ਆ, ਆਹਾਰਿਆ ਵਾ ਕਿ ਸਾਤਵਿਕ ਆ? ਉੱਥੇ ਚੁੱਪ ਕਰਕੇ ਕਾਇਕ ਲਾ ਦਿਓ। ਸਰੀਰਿਕ ਪੱਧਰ ਤੇ ਜਦੋਂ ਆਪਾਂ ਬਨਾਉਟੀ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਤੇ ਉਹਨੂੰ ਕਾਇਕ ਕਹਿ ਦਿੰਦੇ। ਜਿੱਦਾਂ ਹੁਣ ਮੈਂ ਤੁਹਾਨੂੰ ਦੱਸਿਆ, ਹੁਣ ਉਹਨੇ ਹਰਕਤ ਕਰਨੀ ਆ, ਉਹਨੇ ਪੜ੍ਹ ਲਈ ਆ, ਮੰਨ ਲਓ ਕੋਈ ਜੋਸ਼ੀਲੀ ਰਚਨਾ ਪੜ੍ਹ ਲਈ, ਕੋਈ ਵੀ ਮੰਨ ਲਓ ਕਿਸੇ ਦੀ ਆਪਾਂ ਵਾਰ ਕਹਿੰਦੇ ਆ, ਉਹਨੇ ਕੋਈ ਵਾਰ ਪੜ੍ਹ ਲਈ ਆ, ਜੋਸ਼ੀਲੀ ਵਾਰ ਪੜ੍ਹ ਲਈ ਜਾਂ ਜੰਗਨਾਮਾ ਹੀ ਪੜ੍ਹ ਲਿਆ ਵਾ ਕਿਸੇ ਨੇ, ਤੇ ਉਹ ਕੀ ਹੋਊਗਾ? ਉਹਦੇ ਅੰਦਰ ਜੋਸ਼ ਆ ਜਾਊਗਾ, ਉਹ ਲਲਕਾਰੇ ਮਾਰਨੇ ਸ਼ੁਰੂ ਕਰ ਦੂਗਾ। ਜੇਕਰ ਨਾਇਕ ਆ ਉਹ ਕਰੂਗਾ ਉਦਾਂ ਹੀ, ਤੇ ਉਦਾਂ ਹੀ ਤੁਹਾਡੇ ਅੰਦਰ ਵੀ ਜੋਸ਼ ਆਊਗਾ। ਆਂਦੇ ਨਾ ਕਈ ਵਾਰੀ ਫਿਲਮਾਂ ਵੇਖ ਕੇ ਤੇ ਉਹ ਚਾਂਗਰਾ ਮਾਰਨੀਆਂ ਸ਼ੁਰੂ ਕਰ ਦਿੰਦੇ ਬਾਹਰ ਆਉਂਦੇ ਆ, ਠੀਕ ਹੈ, ਜਾਂ ਉੱਥੇ ਚੀਕਾਂ ਮਾਰਦੇ ਕਿ ਨਹੀਂ, ਥੀਏਟਰ ਦੇ ਵਿੱਚ ਮਾਰਦੇ ਆ ਨਾ, ਤੇ ਉਹ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ, ਠੀਕ ਹੈ। ਤੇ ਉਹ ਕੀ ਹੁੰਦਾ ਵਾ? ਉਹ ਇਹੋ ਹੀ ਆ ਕਾਇਕ। ਉਹ ਲਲਕਾਰਾ ਮਾਰੂਗਾ ਜਦੋਂ ਜੋਸ਼ ਆ ਗਿਆ, ਠੀਕ ਹੈ, ਤੇ ਜੇ ਜਾਂ ਹੱਸੂਗਾ ਉੱਚੀ ਉੱਚੀ, ਜੇ ਹਾਸੇ ਵਾਲਾ ਕੋਈ ਸੀਨ ਆ ਗਿਆ ਵਾ, ਤੇ ਕੀ ਆ? ਕਾਇਕ ਹੀ ਤੇ ਹੈਗਾ ਵਾ, ਹੋਰ ਕਿੰਨੀ ਕੁ ਗੱਲ ਹੈ ਇਹਦੇ ਵਿੱਚ, ਠੀਕ ਹੈ। ਇਹਨੂੰ ਹੀ ਕਹਿੰਦੇ ਆ ਕਾਇਕ ਅਨੁਭਵ। ਅੱਗੇ ਜੇ ਆਪਾਂ ਗੱਲ ਕਰੀਏ, ਜਾਂ ਇਹਦੇ ਵਿੱਚ ਬਥੇਰੀਆਂ ਉਦਾਹਰਨਾਂ ਦੇ ਵਿੱਚ ਲਈਆਂ ਜਾਂਦੀਆਂ, ਠੀਕ ਹੈ। ਜਦੋਂ ਹੀਰੋ ਦੇ ਅੰਦਰ ਪਿਆਰ ਦੇ ਵਿਭਾਵ ਜਾਗਦੇ ਆ, ਸਥਾਈ ਭਾਵ, ਉਹ ਏਦਾਂ ਬਾਹਾਂ ਜੀਆਂ ਫਲਾਉਣ ਲੱਗ ਪੈਂਦਾ, ਸ਼ਾਹਰੁਖ ਖਾਨ ਹੋਣੀ ਵੇਖਿਆ ਨਾ ਤੁਸੀਂ, ਤੇ ਉਹ ਕੀ ਆ? ਉਹ ਕਾਇਕ ਹੀ ਹਰਕਤਾਂ ਹੀ ਕਰਦਾ ਵਾ, ਇਹੋ ਹੀ ਕੁਝ ਆ ਬਸ ਇਹਦੇ ਵਿੱਚ। ਅੱਗੇ ਜੇ ਆਪਾਂ ਗੱਲਬਾਤ ਕਰੀਏ ਤੇ ਮਾਨਸਿਕ ਜਿਹੜਾ ਵਾ ਉਹਨੂੰ ਕੀ ਆ? ਅਨੁਭਵ, ਮਾਨਸਿਕ ਅਨੁਭਵ। ਇਹਦੇ ਵਿੱਚ ਕੀ ਹੁੰਦਾ ਵਾ? ਹੁਣ ਇਹਦੇ ਵਿੱਚ ਤੁਹਾਡਾ ਨਾ ਆ ਬਾਹਰੋਂ ਨਹੀਂ ਹਰਕਤ ਹੋਊਗੀ, ਅੰਦਰੋਂ ਹਰਕਤ ਹੋਊਗੀ। ਦਿਲ ਦੀ ਜਿਹੜੀ ਅਵਸਥਾ ਵਾ, ਠੀਕ ਹੈ, ਉਹ ਤੁਹਾਨੂੰ ਪੁੱਛ ਸਕਦੇ ਆ ਦਿਲ ਦੀ ਮਸਤ ਅਵਸਥਾ ਅਨੁਭਵ ਦੀ ਕਿਹੜੀ ਕਿਸਮ ਹੈ, ਤੇ ਉੱਥੇ ਲਿਖ ਦਿਓ ਮਾਨਸਿਕ ਅਨੁਭਵ ਹੈ। ਦਿਲ ਦੀ ਮਸਤ ਅਵਸਥਾ, ਇਹ ਲਿਖ ਲਓ, ਦਿਲ ਵਿੱਚ ਮਸਤੀ ਪੈਦਾ ਹੋਣਾ, ਇਹਦੇ ਅਰਥ ਹੈ। ਦਿਲ ਦੀ ਮਸਤ ਅਵਸਥਾ ਕੀ ਆ? ਇਹਦਾ ਮਤਲਬ ਕੀ ਆ? ਦਿਲ ਵਿੱਚ ਮਸਤੀ ਪੈਦਾ ਹੋਣਾ, ਠੀਕ ਹੈ। ਹੁਣ ਕਿਸੇ ਨੇ ਰੋਮਾਂਟਿਕ ਜੀ ਫਿਲਮ ਵੇਖੀ ਆ ਤੇ ਉਹ ਅੰਦਰੋਂ ਅੰਦਰ ਹੀ ਉਹਦਾ ਜਿਹੜਾ ਚੇਤੇ ਖੁਸ਼ ਹੋਈ ਜਾਊਗਾ, ਹੁੰਦਾ ਨਾ ਏਦਾਂ। ਤੇ ਜਾਂ ਕੋਈ ਉਹ ਕਿਸੇ ਬਾਰੇ ਕੋਈ ਗਲਤ ਵਿਲਨ ਵੇਖ ਲਿਆ ਵਾ, ਤੇ ਉਹ ਅੰਦਰੋਂ ਅੰਦਰ ਉਹਨੂੰ ਗੁੱਸਾ ਆਈ ਜਾਊਗਾ, ਉਹਦੇ ਤੇ ਖਿੱਚ ਚੜੀ ਜਾਊਗੀ ਵੀ ਆ ਇਹਨੇ ਇਦਾਂ ਕਿਉਂ ਕਰ ਦਿੱਤਾ, ਇਹਨੂੰ ਕਿਉਂ ਫੜ ਲਿਆ ਵਾ, ਕਿਡਨੈਪ ਕਿਉਂ ਕਰ ਲਿਆ ਇਹਨੂੰ, ਆਉਂਦਾ ਨਾ ਏਦਾਂ ਅੰਦਰੋਂ ਅੰਦਰ ਹੀ ਖਿੱਚ ਆਈ ਜਾਂਦੀ ਆ। ਕਰਦੇ ਆਪਾਂ ਕੁਝ ਸਕਦੇ ਨਹੀਂ ਆਦੋ, ਪਰ ਅੰਦਰੋਂ ਅੰਦਰ ਵੇਖ ਕੇ ਖਿੱਚ ਆਈ ਜਾਂਦੀ ਆਪਾਂ ਨੂੰ। ਤੇ ਉਹ ਜਿਹੜੀ ਅੰਦਰ ਜਿਹੜੀ ਭਾਵਨਾ ਪੈਦਾ ਹੁੰਦੀ ਦਿਲ ਦੇ ਵਿੱਚ ਆਪਣੇ, ਉਹਨੂੰ ਕਹਿ ਦਿੰਦੇ ਆ ਮਾਨਸਿਕ ਅਨੁਭਵ, ਠੀਕ ਹੈ। ਉਹ ਅੰਦਰ ਦੀ ਆ, ਉਹ ਤੁਹਾਨੂੰ ਮੈਂ ਉਦਾਹਰਨ ਦੇ ਦਿੱਤੀਆਂ, ਏਦਾਂ ਹੁੰਦਾ ਵਾ। ਆਹਾਰਿਆ ਕੀ ਆ? ਹੁਣ ਆਹਾਰਿਆ ਇਹ ਲਿਖੋ, ਇਹ ਕੀ ਹੁੰਦਾ ਵਾ? ਇਹ ਬਨਾਉਟੀ ਪਹਿਰਾਵੇ ਦੀ ਅਵਸਥਾ ਵਾ। ਆਹਾਰਿਆ ਆਪ ਜਿਹੜਾ ਆਪਾਂ ਪਹਿਰਾਵਾ ਧਾਰ ਲੈਨੇ ਆ, ਠੀਕ ਹੈ, ਉਹ ਚੀਜ਼ ਨੂੰ ਹੋਰ ਜਿਹੜਾ ਵਾ ਆਪਾਂ ਜਦੋਂ ਆਪਣੇ ਅੰਦਰ ਮੰਨ ਲਓ ਕੋਈ ਵਿਭਾਵ ਜਾਗ ਪਿਆ ਵਾ, ਕੋਈ ਫੀਲਿੰਗਸ ਜਾਗ ਪਈਆਂ ਵਾ, ਤੇ ਹੁਣ ਆਪਾਂ ਚੱਲੇ ਆ ਮੰਨ ਲਓ ਜੰਗ ਲੜਨ, ਤੇ ਆਪਾਂ ਕੀ ਕਰਦੇ ਆ? ਆਪਾਂ ਉਦਾਂ ਨਹੀਂ ਜਾਵਾਂਗੇ, ਫਿਰ ਆਪਾਂ ਪਹਿਰਾਵਾ ਪਾਵਾਂਗੇ ਕੋਈ ਨਾ ਕੋਈ ਬਨਾਉਟੀ। ਜਿੱਦਾਂ ਜਿਹੜੇ ਜੰਗ ਲੜਦੇ ਹੁੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ, ਤੇ ਉਹ ਪੂਰਾ ਉਹਨਾਂ ਨੇ ਦੇਖਿਓ ਜਾਲੀ ਜੀ ਪਾਈ ਨਹੀਂ ਸੀ ਹੁੰਦੀ, ਸਾਰੀ ਜਾਲੀ ਪਾਈ ਹੁੰਦੀ ਸੀ, ਇੱਥੇ ਸੰਜੋਗ ਲਾਈ ਹੁੰਦੀ ਸੀ, ਤੇ ਉਹ ਕੀ ਹੁੰਦਾ ਸੀ? ਉਹ ਇਹੋ ਹੀ ਸੀ ਆਹਾਰਿਆ। ਬਾਹਰੋਂ ਜਿਹੜਾ ਵਾ ਬਾਹਰੀ ਬਨਾਉਟੀ ਦੇਖ ਉਹਨੂੰ ਅਪਣਾਉਣਾ। ਇਹਨੂੰ ਤੁਸੀਂ ਪੇਪਰ ਦੇ ਵਿੱਚ ਇਦਾਂ ਕਹਿ ਸਕਦੇ ਜੇ ਬਨਾਉਟੀ ਪਹਿਰਾਵੇ ਦੀ ਅਵਸਥਾ ਕੀ ਹੈ? ਆਹਾਰਿਆ ਹੈ, ਠੀਕ ਹੈ। ਉਹ ਕੀ ਹੀ? ਉਹ ਹਰਕਤਾਂ ਹੀ ਸਰੀਰਕ ਪੱਧਰ ਤੇ ਕਾਇਕ। ਇਹ ਹੁਣ ਪਹਿਰਾਵਾ ਵਾ, ਇਹਦੇ ਵਿੱਚ ਪਹਿਰਾਵਾ ਆਊਗਾ, ਇਹ ਵਰਡ ਜੇ ਚੇਤਾ ਰੱਖ ਲਿਓ ਬਸ, ਉੱਥੇ ਆਹਾਰਿਆ ਟਿਕ ਕਰ ਦਿਓ, ਠੀਕ ਹੈ। ਪਹਿਰਾਵਾ ਆ ਗਿਆ, ਬਨਾਉਟੀ ਪਹਿਰਾਵੇ ਦੀ ਅਵਸਥਾ, ਜਿਹਦੇ ਵਿੱਚ ਸੱਜਣਾ ਸਵਰਨਾ ਆ ਜਾਂਦਾ ਵਾ, ਠੀਕ ਹੈ। ਜੇ ਦੋ ਨਾਇਕਾਂ ਨੇ ਨਾਇਕਾ ਦੀ ਤੁਸੀਂ ਫਿਲਮ ਵੇਖੀ ਆ, ਤੇ
ਤੇ ਉਹ ਫਿਰ ਕੀ ਕਰੂਗਾ, ਫੀਲਿੰਗਸ ਜਗਾਊਗਾ ਉਦਾਂ ਦੀ ਵੀ ਇਹ ਵੇਖੇ ਕਿੱਡਾ ਸੋਹਣਾ ਬਣ ਕੇ ਗਿਆ, ਜਾਂ ਦੋ ਜਣਿਆਂ ਦੇ ਵਿੱਚ ਆਪਸੀ ਗੱਲਬਾਤ ਹੋਣੀ ਸ਼ੁਰੂ ਹੋਈ ਆ, ਠੀਕ ਹੈ, ਪਿਆਰ ਦੇ ਭਾਵ ਜਾਗੇ ਆ, ਤੇ ਉਹ ਕੀ ਕਰਨਗੇ, ਉਹ ਸੱਜ ਸਵਰ ਕੇ ਨਹੀਂ ਜਾਣਗੇ, ਉਹ ਪੱਗ ਦੇ ਵਾਵਾ ਜਿਹਾ ਟਾਈਮ ਲਾਊਗਾ ਮੁੰਡਾ, ਠੀਕ ਹੈ, ਤੇ ਕੁੜੀ ਵੀ ਜਿਹੜਾ ਵਾ ਉਹ ਚੰਗੀ ਤਰ੍ਹਾਂ ਸੱਜ ਸਵਰ ਕੇ ਇੱਕ ਦੂਜੇ ਨੂੰ ਮਿਲਣ ਜਾਂਦੇ ਆ, ਤੇ ਉਹ ਕੀ ਆ, ਬਨੌਟੀ ਜਿਹੜਾ ਪਹਿਰਾਵਾ ਕਰਦੇ ਆ ਤੇ ਉਹਨੂੰ ਆਹਾਰਿਆ ਕਹਿ ਦਿੰਦੇ ਆ। ਉਹਦੇ ਵਿੱਚ ਆ ਜਾਂਦਾ, ਇਹਦੇ ਵਿੱਚ ਜਾਂ ਹੋਰ ਵੀ ਆਪਾਂ ਕਹਿ ਸਕਦੇ ਆ, ਠੀਕ ਹੈ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੰਯੋਗ ਪਾਉਣੀ ਜਾਂ ਜੇ ਜੋਸ਼ ਦੇ ਉਤਸ਼ਾਹ ਦੇ ਭਾਵ ਤੁਹਾਡੇ ਅੰਦਰ ਜਾਂ ਸਥਾਈ ਭਾਵ ਪ੍ਰਗਟ ਹੋਇਆ, ਤੇ ਫਿਰ ਤੁਸੀਂ ਜੇ ਮੰਨ ਲਓ ਕੋਈ ਜੰਗ ਦੇ ਵਿੱਚ ਚੱਲਿਆ, ਜਿੱਦਾਂ ਆਪਾਂ ਦੇਸ਼ ਭਗਤੀ ਦੇ ਜਦੋਂ ਆਪਾਂ ਗੀਤ ਲਾਉਂਦੇ ਆ, ਜਦੋਂ ਜੰਗਾਂ ਲੱਗਦੀਆਂ ਵਾ ਦੇਸ਼ਾਂ ਦੇ ਵਿਚਕਾਰ, ਤੇ ਉਦੋਂ ਜਿਹੜੇ ਦੇਸ਼ ਦੇ ਵਿੱਚ ਦੇਸ਼ ਭਗਤੀ ਦੇ ਗੀਤ ਗਾਏ ਜਾਂਦੇ ਆ, ਠੀਕ ਹੈ, ਉਹ ਕਿਉਂ ਗਾਏ ਜਾਂਦੇ ਆ, ਵੇਖੋ ਹੁਣ ਵੀ ਇਹਨਾਂ ਦੇ ਅੰਦਰ ਜੋਸ਼ ਪੈਦਾ ਹੋ ਜਾਏ, ਲੋਕਾਂ ਦੇ ਅੰਦਰ ਜੋਸ਼ ਪੈਦਾ ਹੋ ਜਾਏ, ਠੀਕ ਹੈ, ਵੀ ਇਹ ਵੀ ਆਪਣੇ ਦੇਸ਼ ਦੀ ਖਾਤਰ ਲੜਨ ਲਈ ਤਿਆਰ ਹੋ ਜਾਣ। ਤੇ ਜਿਹੜੇ ਸਿਪਾਹੀ ਹੁੰਦੇ ਆ ਉਹ ਫਿਰ ਉਦਾਂ ਤੇ ਜਾਂਦੇ ਨਹੀਂ ਆ, ਉਹ ਸਾਰੀ ਤਿਆਰੀ ਦੇ ਨਾਲ ਜਾਂਦੇ, ਬੁਲਟ ਪ੍ਰੂਫ ਜੈਕਟਾਂ ਵੀ ਪਾਉਂਦੇ ਆ, ਨਾਲ ਆਪਣੇ ਹਥਿਆਰ ਵੀ ਲੈਂਦੇ ਆ, ਤੇ ਉਹ ਕੀ ਆ, ਉਹ ਆਹਾਰਿਆ ਕਰਦੇ ਆ, ਇਹ ਚੀਜ਼ ਆ। ਅੱਗੇ ਜੇ ਆਪਾਂ ਗੱਲਬਾਤ ਕਰੀਏ ਤੇ ਸਾਤਵਿਕ ਕੀ ਹੁੰਦਾ ਵਾ, ਇਹ ਲਿਖੋ, ਇਹਦੇ ਵਿੱਚ ਕੀ ਹੋਣਾ ਹੋਊਗਾ, ਪਹਿਲਾਂ ਇੱਕ ਲਾਈਨ 'ਚ ਲਿਖ ਲਓ, ਸਰੀਰ ਦੇ ਅੰਗਾਂ 'ਚ ਸੁਭਾਵਕ ਤੌਰ ਤੇ ਵਿਕਾਰ ਪ੍ਰਗਟ ਹੋਣਾ। ਉਹ ਬਾਕੀ ਚੀਜ਼ਾਂ ਆਹਾਰਿਆ ਤੇ ਕਾਇਕ ਇਹ ਤੁਸੀਂ ਆਪ ਕਰਦੇ ਸੀ, ਹੁਣ ਇਹ ਆਪਣੇ ਆਪ ਹੀ ਤੁਹਾਡੇ ਅੰਦਰ ਪੈਦਾ ਹੋਊਗਾ। ਜਿਹੜਾ ਸਾਤਵਿਕ ਆ, ਸਾਤਵਿਕ ਆਪਣੇ ਆਪ ਚੀਜ਼ ਪੈਦਾ ਹੋ ਜਾਂਦੀ ਹੈ, ਤੁਹਾਨੂੰ ਕਰਨ ਦੀ ਲੋੜ ਨਹੀਂ ਆ, ਕੁਦਰਤੀ ਤੌਰ ਤੇ ਤੁਹਾਡੇ ਅੰਦਰ ਉਹ ਚੀਜ਼ ਆ ਜਾਊਗੀ, ਠੀਕ ਹੈ, ਜਿਹੜੀ ਪਤਾ ਵੀ ਲੱਗੂਗੀ। ਇੱਥੇ ਲਿਖੋ, ਸਰੀਰ ਦੇ ਅੰਗਾਂ 'ਚ ਸੁਭਾਵਕ ਤੌਰ ਤੇ ਵਿਕਾਰ ਪ੍ਰਗਟ ਹੋਣਾ, ਹਰਕਤ ਹੋਊਗੀ ਹੁਣ ਸਰੀਰ ਦੇ ਅੰਗਾਂ ਦੇ ਵਿੱਚ, ਆਪਣੇ ਆਪ ਹੋਊਗੀ, ਆਪ ਨਹੀਂ ਕਰੋਗੇ ਤੁਸੀਂ, ਉੱਥੇ ਆਪ ਕਰਦੇ ਸੀ, ਇੱਥੇ ਆਪਣੇ ਆਪ ਹਰਕਤ ਹੋਊਗੀ। ਇਹਦੀ ਉਦਾਹਰਨ ਦਊਂਗਾ, ਪਤਾ ਲੱਗ ਜਾਊਗਾ। ਜਿੱਦਾਂ ਕੋਈ ਡਰ ਜੇ ਬਹੁਤ ਜ਼ਿਆਦਾ, ਤੁਸੀਂ ਕੋਈ ਡਰਾਉਣੀ ਫਿਲਮ ਵੇਖਦੇ ਪਏ ਜੇ ਜਾਂ ਨਾਟਕ ਡਰਾਉਣਾ ਵੇਖਦੇ ਪਏ ਜੇ, ਤੁਸੀਂ ਡਰ ਜੇ ਤੇ ਕਈਆਂ ਨੂੰ ਪਸੀਨਾ ਆਉਣ ਲੱਗ ਪੈਂਦਾ, ਉਹ ਕੀ ਆ, ਉਹ ਸਾਤਵਿਕ ਅਨੁਭਵ ਆ, ਆਪਣੇ ਆਪ ਹੋ ਰਿਹਾ ਵਾ। ਜਾਂ ਕੰਬਣ ਲੱਗ ਪੈਂਦਾ ਸਰੀਰ, ਉਹ ਤੁਸੀਂ ਥੋੜੀ ਕੰਬਾਉਂਦੇ ਪਏ ਜੇ, ਆਪਣਾ ਸਰੀਰ ਆਪਣੇ ਆਪ ਕੰਬਦਾ ਵਾ, ਉਹ ਕੀ ਆ, ਉਹ ਸਾਤਵਿਕ ਵਿਭਾਵ ਆ। ਜਾਂ ਰੰਗ ਪੀਲਾ ਪੈ ਜਾਂਦਾ ਕਿਸੇ ਦਾ, ਕੱਚਾ ਜਿਹਾ ਹੋ ਜਾਂਦਾ ਵਾ, ਇੱਕਦਮ ਡਰ ਜਾਂਦਾ ਜੇ ਕੋਈ, ਤੇ ਉਹ ਸਾਰਾ ਕੀ ਆ ਜਾਂਦਾ, ਉਹ ਸਾਤਵਿਕ ਵਿਭਾਗ ਦੇ ਵਿੱਚ ਆ ਜਾਂਦਾ ਵਾ, ਠੀਕ ਹੈ, ਇਹ ਚੀਜ਼ਾਂ ਆ ਜਾਂਦੀਆਂ ਇਹਦੇ ਵਿੱਚ। ਅੱਗੇ ਜੇ ਆਪਾਂ ਗੱਲਬਾਤ ਕਰੀਏ, ਹੁਣ ਆਪਾਂ ਤੀਜੇ ਤੇ ਆ ਜਾਂਦੇ, ਇਹ ਅਨੁਭਵ ਇੰਨਾ ਹੀ ਆ। ਹੁਣ ਤੀਜੀ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਸੀ ਆਚਾਰੀਆ ਭਰਤ ਮੁਨੀ ਹੋਣਾ ਨੇ, ਉਹ ਕਹਿੰਦੇ ਸੀ ਸੰਚਾਰੀ ਭਾਵ ਆ, ਇਹਦਾ ਵੀ ਨਾਲ ਸੰਯੋਗ ਹੁੰਦਾ ਵਾ। ਹੁਣ ਉਹਦੇ ਬਾਰੇ ਗੱਲਬਾਤ ਕਰਦੇ ਆ, ਉਹ ਨੋਟ ਕਰ ਲਓ। ਉਹ ਹੁਣ ਅੱਗੇ ਸੌਖਾ ਹੀ ਆ, ਇਹ ਵੀ ਸੌਖਾ ਹੀ, ਇਹਦੇ ਵਿੱਚ ਕੀ ਕੁਝ ਵੀ ਨਹੀਂ, ਠੀਕ ਹੈ। ਹੁਣ ਅੱਗੇ ਆਪਾਂ ਉਹਦੀ ਗੱਲਬਾਤ ਕਰਦੇ ਆ, ਸੰਚਾਰੀ ਭਾਵ। ਇਹ ਸਾਰਾ ਭਾਰਤੀ ਕਾਵਿ ਸ਼ਾਸਤਰ ਆ, ਇਹ ਜ਼ਿਆਦਾਤਰ ਤੁਹਾਡੇ UGC ਨੈਟ ਤੇ ਕੰਮ ਆਊਗਾ। ਮਾਸਟਰ ਕੈਡਰ 'ਚ ਇਹਦੇ ਵਿੱਚ ਸੌਖਾ ਹੀ ਸਵਾਲ ਬਣਦਾ ਹੁੰਦਾ ਵਾ, ਉਹ ਅੱਗੇ ਰਸਾਂ 'ਚੋਂ ਬਣਦਾ ਹੁੰਦਾ ਵਾ। ਵੈਸੇ ਆ ਵੀ ਕਰ ਲਿਓ, ਬਾਈ ਚਾਂਸ ਜੇ ਇਹਦੇ 'ਚੋਂ ਬਣ ਜੇ, ਕੋਈ ਘੱਟ % ਚਾਂਸਸ ਹੁੰਦੇ ਆ, ਜ਼ਿਆਦਾਤਰ ਨੈਟ ਦੇ ਵਿੱਚ ਇਹਦੇ ਵਿੱਚੋਂ ਬਣ ਸਕਦੇ ਆ ਸਵਾਲ। ਨੈਟ ਵਾਲਿਆਂ ਨੂੰ ਬੜਾ ਫਾਇਦਾ ਹੋਊਗਾ ਵੀਡੀਓ ਦਾ, ਦੇਖਿਓ, ਠੀਕ ਹੈ। ਗਾਂ ਤੁਸੀਂ ਨੈਟ ਦਾ ਪੇਪਰ ਦੇਣਾ ਹੀ ਆ, ਉਹਦੇ ਵਿੱਚ ਕਾਫੀ ਵੀਡੀਓ ਕੰਮ ਆਊਗੀ। ਸੰਚਾਰੀ ਭਾਵ ਦੀ ਗੱਲ ਕਰਦੇ ਆ, ਇਹ ਕੀ ਹੁੰਦਾ ਵਾ, ਸੰਚਾਰੀ ਤੋਂ ਕੀ ਭਾਵ ਆ, ਹੁਣ ਤੁਹਾਨੂੰ ਪਤਾ ਹੀ ਹੈ। ਸੰਚਾਰੀ ਭਾਵ ਸੰਚਾਰ ਕਰੂਗੀ ਚੀਜ਼, ਜਿਹੜੀ ਇੱਕ ਤੋਂ ਬਾਅਦ ਇੱਕ ਆਊਗੀ, ਤੇ ਇਹਦੇ ਬਾਰੇ ਲਿਖਣਾ ਤੇ ਲਿਖ ਲਓ। ਭਾਰਤੀ ਕਾਵਿ ਸ਼ਾਸਤਰ ਵਿੱਚ ਸੰਚਾਰਸ਼ੀਲ ਤੇ ਅਟਕਵੇਂ ਮਨੋਵਿਕਾਰਾਂ, ਇਦਾਂ ਹੀ ਲਿਖ ਲਓ ਪਹਿਲਾਂ। ਕਈ ਵਾਰੀ ਕੀ ਹੁੰਦਾ ਵਾ, ਇਹ ਜਿਹੜੀ ਤਕਨੀਕੀ ਸ਼ਬਦਾਵਲੀ ਹੁੰਦੀ, ਜਿਹੜੀ ਕਿਤਾਬਾਂ 'ਚ ਵਰਤੀ ਹੁੰਦੀ ਆ, ਕਈ ਵਾਰੀ ਉਦਾਂ ਦੀ ਉਦਾਂ ਪੇਪਰ 'ਚ ਆ ਜਾਂਦੀ। ਇਹ ਮੈਂ ਤਾਂ ਸਟੂਡੈਂਟ ਨੂੰ ਨਾਲ ਦੀ ਨਾਲ ਲਿਖਾ ਦਿੰਦਾ ਹੁੰਦਾ ਵਾ, ਵੀ ਤੁਹਾਨੂੰ ਪਤਾ ਲੱਗ ਜੇ, ਫਿਰ ਮੈਂ ਇਹਨੂੰ ਐਕਸਪਲੇਨ ਵੀ ਕਰ ਦਿੰਦਾ ਹੁੰਦਾ, ਉਹ ਸਾਰੀ ਸਮਝ ਲੱਗ ਜਾਂਦੀ ਆ। ਲਿਖ ਲਓ, ਭਾਰਤੀ ਕਾਵਿ ਸ਼ਾਸਤਰ ਵਿੱਚ ਸੰਚਾਰਸ਼ੀਲ ਤੇ ਅਟਕਵੇਂ ਮਨੋਵਿਕਾਰਾਂ ਜਾਂ ਚਿੱਤ ਬਿਰਤੀਆਂ ਨੂੰ ਸੰਚਾਰੀ ਭਾਵ ਕਿਹਾ ਜਾਂਦਾ ਹੈ। ਪਹਿਲਾਂ ਏਦਾਂ ਲਿਖੋ, ਫਿਰ ਮੈਨੂੰ ਐਕਸਪਲੇਨ ਕਰਦਾ ਹਾਂ। ਭਾਰਤੀ ਕਾਵਿ ਸ਼ਾਸਤਰ ਵਿੱਚ ਸੰਚਾਰਸ਼ੀਲ ਤੇ ਅਟਕਵੇਂ ਮਨੋਵਿਕਾਰਾਂ ਜਾਂ ਚਿੱਤ ਬਿਰਤੀਆਂ ਨੂੰ ਸੰਚਾਰੀ ਭਾਵ ਕਿਹਾ ਜਾਂਦਾ ਹੈ। ਸੰਚਾਰਸ਼ੀਲ, ਹੁਣ ਜਿਹੜੇ ਤੁਹਾਡੇ ਅੰਦਰ ਫੀਲਿੰਗਸ ਆ, ਠੀਕ ਹੈ, ਜਦੋਂ ਜਾਂ ਮਨੋਵਿਕਾਰ ਆ ਤੁਹਾਡੇ ਅੰਦਰ, ਜਿਹੜੀ ਮਨੋਭਾਵਨਾਵਾਂ ਵਾ ਤੁਹਾਡੀਆਂ, ਹੁਣ ਜਦੋਂ ਉਹ ਕੀ ਕਰਨਗੀਆਂ, ਸੰਚਾਰ ਕਰਨਗੀਆਂ। ਤੁਸੀਂ ਕੋਈ ਨਾਟਕ ਦੇਖਦੇ ਪਏ ਜੇ, ਨਾਟਕ ਦੇ ਵਿੱਚ ਕਦੀ ਉਹ ਤੁਹਾਨੂੰ ਹਸਾ ਦੂਗਾ, ਕਦੀ ਉਹ ਤੁਹਾਨੂੰ ਰਵਾ ਦੂਗਾ, ਕਦੀ ਇਦਾਂ ਦੇ ਦ੍ਰਿਸ਼ ਹੋਣਗੇ। ਇਹ ਕੀ ਆ, ਕਦੀ ਹੱਸ ਜਾਓਗੇ, ਕਦੀ ਰੋਪੋਗੇ, ਕਦੀ ਤੁਹਾਨੂੰ ਜੋਸ਼ ਆ ਜਾਊਗਾ, ਉਤਸ਼ਾਹ ਆ ਜਾਊਗਾ ਜਦੋਂ ਲੜਾਈ ਹੋ ਜਾਊਗੀ ਆਪਸ ਦੇ ਵਿੱਚ। ਤੇ ਇਹ ਕੀ ਕਰਨਗੇ, ਤੁਹਾਡੇ ਜਿਹੜੇ ਅੰਦਰ ਦੇ ਭਾਵ ਆ ਉਹ ਸੰਚਾਰ ਕਰਨਗੇ, ਇੱਕ ਤੋਂ ਬਾਅਦ ਇੱਕ ਆਈ ਜਾਊਗਾ। ਇਹੋ ਹੀ ਸੰਚਾਰੀ ਭਾਵ ਆ, ਹੋਰ ਕੁਝ ਵੀ ਨਹੀਂ ਹੈ, ਠੀਕ ਹੈ। ਇਦਾਂ ਹੁੰਦਾ ਵਾ। ਵੇਖੋ, ਸਾਹਿਤ ਦੀ ਰਚਨਾ ਦੇ ਵਿੱਚ ਉਹ ਜੁਗਤੀਆਂ ਵਾ, ਜਿਨ੍ਹਾਂ ਦੇ ਨਾਲ ਰਸ ਪੈਦਾ ਕੀਤੇ ਜਾਂਦੇ ਅਲੱਗ-ਅਲੱਗ ਤਰ੍ਹਾਂ ਦੇ, ਠੀਕ ਹੈ। ਇੱਕੋ ਭਾਵ ਪ੍ਰਗਟ ਕਰੀ ਜਾਊਗਾ, ਉਹ ਤਾਂ ਵੀ ਜਿਹੜਾ ਸਾਹਿਤ ਹੈ ਉਹ ਬੇਰਸੀ ਹੋ ਜਾਊਗਾ। ਉਹ ਫਿਰ ਸੰਚਾਰ ਦੀ ਵਰਤੋਂ ਵੀ ਕਰਦਾ ਵਾ, ਤਾਂ ਹੀ ਭਰਤ ਮੁਨੀ ਉਹਨਾਂ ਨੇ ਕਿਹਾ ਵਾ, ਇਹ ਵੀ ਨਾਲ ਇਹਦਾ ਵੀ ਸੰਯੋਗ ਹੁੰਦਾ ਵਾ। ਸੰਚਾਰ ਦੀ ਵਰਤੋਂ ਕਰੂਗਾ, ਕੱਲਾ ਹੀ ਹਸਾਈ ਜਾਊਗਾ ਤੁਹਾਨੂੰ, ਠੀਕ ਹੈ। ਤੇ ਉਹ ਤੁਸੀਂ ਫਿਲਮ ਵੇਖਣ ਜਾਓਗੇ ਤੇ ਉਹ
ਤੁਹਾਨੂੰ ਹੋਰ ਤਰ੍ਹਾਂ ਦਾ ਲੱਗੂਗਾ। ਠੀਕ ਹੈ, ਇੰਨਾ ਜ਼ਿਆਦਾ ਵੀ ਇੱਕੋ ਕੰਮ ਨਹੀਂ ਕੋਈ ਹੋ ਸਕਦਾ, ਜਾਂ ਇਕੱਲਾ ਹੀ ਰਵਾਈ ਜਾਊਗਾ ਸਾਰੀ ਫਿਲਮ ਦੇ ਵਿੱਚ ਤੁਹਾਨੂੰ ਕੋਈ, ਤੇ ਤੁਸੀਂ ਕਹੋਗੇ ਆਹ ਕੀ ਇਹਨੇ ਫਿਲਮ ਬਣਾਈ ਆ। ਇਸ ਕਰਕੇ ਸਾਰੀਆਂ ਚੀਜ਼ਾਂ ਮਿਕਸ ਕਰਦਾ ਵਾ, ਵੀ ਕਦੀ ਤੁਹਾਨੂੰ ਹਸਾ ਦਿੱਤਾ, ਕਦੀ ਵਧੀਆ ਸੀਨ ਆ ਗਿਆ। ਹਾਸੇ ਵਾਲੀਆਂ ਫਿਲਮਾਂ ਦੇ ਵਿੱਚ ਵੀ ਤੁਸੀਂ ਵੇਖਿਆ ਹੋਊਗਾ, ਕਮੇਡੀ ਫਿਲਮਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਤੁਹਾਨੂੰ ਉਹ ਜਿਹੜਾ ਵਾ ਜਿਹੜੀਆਂ ਆਪਾਂ ਕਹਿ ਸਕਦੇ ਫੀਲਿੰਗਸ ਆ ਜਿਹੜੀਆਂ ਦੂਜੀਆਂ ਆਪਣੀਆਂ ਵਿਰਾਗ ਦੀਆਂ ਜਾਂ ਇਮੋਸ਼ਨਲ ਫੀਲਿੰਗਸ ਆ ਉਹ ਵੀ ਪੈਦਾ ਕੀਤੀਆਂ ਹੁੰਦੀਆਂ ਉਹਨਾਂ ਨੇ, ਇਸੇ ਕਰਕੇ ਕੀਤੀਆਂ ਹੁੰਦੀਆਂ ਵਾ ਵੀ ਇਹ ਜਿਹੜਾ ਵਾ ਰਸ ਬਣਿਆ ਰਵੇ। ਠੀਕ ਹੈ, ਨਹੀਂ ਤੇ ਬੇਰਸ ਨਾ ਹੋ ਜਾਏ ਇੱਕੋ ਚੀਜ਼ ਵਿਖਾ ਕੇ। ਇਹੋ ਹੀ ਸੰਚਾਰੀ ਭਾਵ ਹੈਗੇ ਆ। ਠੀਕ ਹੈ, ਇਹ ਇਦਾਂ ਜਿਹੜੇ ਆ ਇਹ ਬਦਲਦੇ ਰਹਿੰਦੇ ਆ। ਅੱਗੇ ਆਪਾਂ ਗੱਲਬਾਤ ਕਰੀਏ ਤੇ ਭਰਤ ਮੁਨੀ ਹੋਣਾ ਨੇ ਨਾ ਇਦਾਂ ਦੇ 33 ਰਸ ਦਿੱਤੇ ਆ, ਉਹਦਾ ਗਿਣਤੀ ਨੋਟ ਕਰ ਲਿਓ ਵੀ 33 ਹੈਗੇ ਆ ਰਸ ਨਹੀਂ 33 ਜਿਹੜੇ ਸੰਚਾਰੀ ਭਾਵ ਆ, ਇਹਨਾਂ ਦੀ ਗਿਣਤੀ ਭਰਤ ਮੁਨੀ ਹੋਣਾ ਨੇ 33 ਦੱਸੀ ਆ। ਬਾਈ ਜਾਂ ਤੁਹਾਨੂੰ ਪੁੱਛ ਲੈਣ। ਠੀਕ ਹੈ, ਆਹੋ ਹਾਸਾ ਖੁਸ਼ੀ ਗਮੀ ਇਹਦੇ ਨਾਲ ਦੇ ਰਲਦੇ ਮਿਲਦੇ ਹੋਰ ਜਿੰਨੇ ਵੀ ਆ ਉਹਨਾਂ ਨੇ ਇਹਨੂੰ 33 ਭਾਗਾਂ ਦੇ ਵਿੱਚ ਜਿਹੜਾ ਵਾ ਗੱਲਬਾਤ ਕੀਤੀ। ਇਹਦੀ ਗਿਣਤੀ ਆਊਗੀ ਪੇਪਰ 'ਚ, ਤੋਂ ਵੱਧ ਨਹੀਂ ਹੁੰਦਾ, ਫਿਕਰ ਨਾ ਕਰਿਓ ਜੇ ਆਇਆ ਵੀ ਤੇ। ਵੀ ਸੰਚਾਰੀ ਭਾਵਾਂ ਦੀ ਗਿਣਤੀ ਭਰਤ ਮੁਨੀ ਹੋਣਾ ਨੇ ਕਿੰਨੀ ਦੱਸੀ ਹੈ? 33। ਅੱਗੇ ਜੇ ਆਪਾਂ ਗੱਲਬਾਤ ਕਰੀਏ ਤੇ ਜਿਹੜੇ ਆਚਾਰੀਆ ਮੰਮਟ ਆ ਉਹ ਇਹਨਾਂ ਨੂੰ ਹੋਰ ਕੀ ਕਹਿੰਦੇ ਆ? ਸਹਿਕਾਰੀ ਤੇ ਸਹਿਯੋਗੀ ਵੀ ਕਹਿ ਦਿੰਦੇ ਆ। ਇਹਨਾਂ ਨੇ ਕੀ ਕਿਹਾ ਸੀ? ਸੰਚਾਰੀ ਤੇ ਸਹਿਕਾਰੀ ਤੇ ਉਹ ਸਹਿਯੋਗੀ ਜਿਹੜੇ ਭਾਵ ਆ ਉਹ ਕਹਿ ਦਿੰਦੇ ਆ ਇਹਨਾਂ ਨੂੰ। ਆਚਾਰੀਆ ਮੰਮਟ ਸਹਿਕਾਰੀ ਜਾਂ ਸਹਿਯੋਗੀ, ਉਹ ਵੀ ਲਿਖ ਲਓ। ਠੀਕ ਹੈ, ਕਈ ਵਾਰੀ ਜੇ ਇਹਦੀ ਜਗ੍ਹਾ ਸੰਚਾਰੀ ਦੀ ਜਗ੍ਹਾ ਸਹਿਕਾਰੀ ਨਾ ਪਿਆ ਹੋਵੇ ਜਾਂ ਸਹਿਯੋਗੀ ਪਿਆ ਹੋਵੇ ਆਪਸ਼ਨ ਦੇ ਵਿੱਚ ਤੇ ਉੱਥੇ ਕਨਫਿਊਜ਼ ਨਹੀਂ ਹੋ ਜਾਣਾ ਵੀ ਇਹ ਕੀ ਆ ਗਿਆ। ਆਚਾਰੀਆ ਜਿਹੜੇ ਮੰਮਟ ਆ ਉਹਨਾਂ ਨੇ ਇਹਨਾਂ ਨੂੰ ਜਿਹੜਾ ਸਹਿਕਾਰੀ ਤੇ ਸਹਿਯੋਗੀ ਵੀ ਆਖਿਆ। ਅੱਗੇ ਆ ਗਿਆ ਸਥਾਈ ਭਾਵ, ਉਹਦੀ ਗੱਲਬਾਤ ਕਰਦੇ ਹਾਂ ਹੁਣ। ਠੀਕ ਹੈ, ਹੁਣ ਇਹ ਤਿੰਨਾਂ ਦਾ ਜਦੋਂ ਸੰਯੋਗ ਹੋ ਗਿਆ, ਭਰਤ ਮੁਨੀ ਉਹਨਾਂ ਨੇ ਕਿਹਾ ਵਾ ਇਹ ਤਿੰਨ ਹੀ ਕੰਮ ਕਰਦੇ ਆ ਮੁੱਖ ਤੌਰ ਤੇ। ਜਦੋਂ ਹੁਣ ਇਹਨਾਂ ਦਾ ਸੰਯੋਗ ਹੋ ਜਾਂਦਾ ਤੇ ਜਦੋਂ ਅਖੀਰ ਤੇ ਜਦੋਂ ਸਾਰੀ ਰਚਨਾ ਖਤਮ ਹੋ ਜਾਂਦੀ ਆ ਉਦੋਂ ਇੱਕ ਭਾਵ ਛੱਡ ਜਾਂਦੀ ਹੈ, ਇੱਕ ਫੀਲਿੰਗ ਛੱਡ ਜਾਂਦੀ ਹੈ ਸਾਰੀ ਰਚਨਾ, ਉਹਨੂੰ ਹੀ ਸਥਾਈ ਭਾਵ ਕਹਿੰਦੇ ਆ। ਠੀਕ ਹੈ, ਜਦੋਂ ਇਹ ਸਾਰਾ ਕੁਝ ਵੇਖ ਲਿਆ, ਤੁਸੀਂ ਮੰਨ ਲਓ ਨਾਟਕ ਵੇਖਦੇ ਪਏ ਜੇ ਜਾਂ ਵਾਰਿਸ ਸ਼ਾਹ ਹੋਣਾ ਦੀ ਹੀਰ ਪੜ੍ਹਦੇ ਪਏ ਜੇ, ਕਦੀ ਉਹਨੇ ਤੁਹਾਨੂੰ ਹੀਰ ਦੇ ਵਿੱਚ ਰੋਮਾਂਸ ਵਿਖਾ ਦਿੱਤਾ ਵਾ, ਕਦੀ ਤੁਹਾਡੇ ਅੰਦਰ ਪਿਆਰ ਦੇ ਭਾਵ ਜਗਾ ਦਿੱਤੇ, ਕਦੀ ਵਿਰਾਗ ਵਿਖਾ ਦਿੱਤਾ ਵਾ ਵਿਛੋੜਾ ਕਰਕੇ, ਕਦੀ ਉਹਨੇ ਜਿਹੜਾ ਵਾ ਗੋਰਖਨਾਥ ਦੇ ਨਾਲ ਉਹਦਾ ਗੱਲਬਾਤ ਵਿਖਾ ਦਿੱਤੀ ਆ ਰਾਂਝੇ ਦੀ, ਉਹਨਾਂ ਦਾ ਜੋਸ਼ ਵਿਖਾ ਦਿੱਤਾ ਜੱਟਾਂ ਦਾ। ਠੀਕ ਹੈ, ਵੀ ਅੜਬ ਸੁਭਾਅ ਦੇ ਹੁੰਦੇ ਆ, ਕਿਸੇ ਕੋਲ ਡਰਦੇ ਨਹੀਂ ਆ, ਉਹ ਜਿਹੜਾ ਰਾਂਝੇ ਦਾ ਜੋਸ਼ ਵਿਖਾਇਆ ਵਾ। ਠੀਕ ਹੈ, ਤੇ ਉਹ ਚੀਜ਼ ਜਿਹੜੇ ਆ ਸੰਚਾਰ ਕਰਦੇ ਰਹੇ ਆ ਜਿਹੜੇ ਵਿੱਚ ਉਹਦੇ ਭਾਵ ਹੀ। ਪਰ ਅਖੀਰ ਤੇ ਕੀ ਹੋਇਆ, ਜਦੋਂ ਸਾਰੀ ਹੀਰ ਪੜ੍ਹ ਲਈ ਆ ਉਦੋਂ ਕਿਹੜਾ ਭਾਵ ਪ੍ਰਗਟ ਹੋ ਗਿਆ ਤੁਹਾਡੇ ਅੰਦਰ? ਉਦੋਂ ਤੁਹਾਨੂੰ ਵਿਰਾਗ ਆ ਗਿਆ, ਦੁੱਖ ਹੋ ਗਿਆ ਤੁਹਾਨੂੰ ਪੜ੍ਹ ਕੇ ਵੀ ਇਹ ਤੇ ਦੁਖਾਂਤਕ ਲਿਖੀ ਆ ਵਾਰਿਸ ਸ਼ਾਹ ਉਹਨਾਂ ਨੇ ਹੀਰ, ਬੜਾ ਦੁੱਖ ਹੋਇਆ, ਉਹਨਾਂ ਦਾ ਮੇਲ ਨਹੀਂ ਹੋਇਆ। ਤੇ ਉਹ ਜਿਹੜਾ ਭਾਵ ਤੁਹਾਡੇ ਅੰਦਰ ਪ੍ਰਗਟ ਹੋ ਗਿਆ ਉਹਨੂੰ ਕਹਿੰਦੇ ਸਥਾਈ ਭਾਵ। ਉਹ ਜਿਹੜਾ ਅਖੀਰ ਤੇ ਰਹਿ ਜਾਂਦਾ ਤੁਹਾਡੇ ਅੰਦਰ ਵੇਖ ਕੇ ਕਿਸੇ ਵੀ ਰਚਨਾ ਨੂੰ, ਉਹ ਫਿਰ ਸਥਾਈ ਭਾਵ ਬਣ ਜਾਂਦਾ ਤੁਹਾਡੇ ਅੰਦਰ। ਠੀਕ ਹੈ, ਤੇ ਹੋਰ ਕੁਝ ਵੀ ਨਹੀਂ ਇਹਦੇ ਵਿੱਚ, ਇਹਦੇ ਬਾਰੇ ਲਿਖਣਾ ਤੇ ਲਿਖ ਲਓ ਵੀ ਜਿਸ ਵਿੱਚ ਸਰੀਰ ਵਿਰਤੀ, ਇਹਦੇ ਵਿੱਚ ਸਰੀਰ ਵੀ ਫਿਰ ਤੁਹਾਡਾ ਹਰਕਤ ਕਰੂਗਾ। ਸਥਾਈ ਭਾਵ ਪ੍ਰਗਟ ਹੋ ਗਿਆ ਤੁਹਾਡੇ ਅੰਦਰ, ਕੋਈ ਮੰਨ ਲਓ ਵਿਰਾਗ ਦਾ ਹੋ ਗਿਆ, ਕਈ ਵਿਚਾਰੇ ਰੋਣ ਲੱਗ ਪੈਂਦੇ ਆ। ਇਦਾਂ ਹੁੰਦਾ ਜੇ ਤੁਸੀਂ ਕੋਈ ਕਹਾਣੀ ਪੜ੍ਹੋ ਨਾ, ਦਲੀਪ ਕੌਰ ਟਿਵਾਣਾ ਦੀ ਮੰਨ ਲਓ ਕਹਾਣੀ ਪੜ੍ਹਦੀ ਆ, ਸਤੀਆਂ ਸਹੀ ਕਹਾਣੀ ਪੜ੍ਹਦੀ ਆ ਆਪਾਂ, ਤੇ ਇਹਦੇ ਵਿੱਚ ਭਗਤ ਸਿੰਘ ਦੀ ਮੰਗੇਤਰ ਬਾਰੇ ਗੱਲ ਕੀਤੀ ਹੈ ਤੇ ਬਦੋ ਬਦੀ ਰੋਣਾ ਨਿਕਲ ਜਾਂਦਾ ਕਹਾਣੀ ਪੜ੍ਹ ਕੇ। ਠੀਕ ਹੈ, ਉਹ ਪੜ੍ਹ ਕੇ ਵੇਖਿਓ ਕਹਾਣੀ ਸਤੀਆਂ ਸਹੀ ਦਲੀਪ ਕੌਰ ਟਿਵਾਣਾ ਦੀ, ਤੇ ਉਹ ਕੀ ਹੋ ਗਿਆ ਫਿਰ? ਉਹ ਸਥਾਈ ਭਾਵ ਆ ਉਹ ਕਹਾਣੀ ਦਾ, ਵੀ ਵਿਰਾਗ ਪੈਦਾ ਕਰ ਦਿੱਤਾ ਉਹਨੇ ਤੁਹਾਡੇ ਅੰਦਰ। ਤੇ ਇਹੋ ਹੀ ਹੈ ਇਹਦੇ ਵਿੱਚ ਵੀ ਜਦੋਂ ਵੀ ਫਿਰ ਰੋਣਾ ਵੀ ਕੀ ਹੋ ਗਿਆ, ਸਰੀਰਕ ਆਪਣੇ ਆਪ ਜਿਹੜੀ ਰੋਣਾ ਨਿਕਲ ਆਇਆ, ਤੇ ਮਨੋਵਿਰਤੀ ਅੰਦਰ ਵੀ ਦੁੱਖ ਪੈਦਾ ਹੋ ਗਿਆ ਮਨ ਦੇ ਵਿੱਚ। ਜਦੋਂ ਇਹਨਾਂ ਦੋਵਾਂ ਦਾ ਸੰਯੋਗ ਹੋਇਆ ਤੇ ਫਿਰ ਸਥਾਈ ਭਾਵ ਪੈਦਾ ਹੋ ਗਿਆ ਆਪਣੇ ਅੰਦਰ। ਠੀਕ ਹੈ, ਇਹਦੇ ਵਿੱਚ ਇਹੋ ਹੀ ਆ ਸਥਾਈ ਭਾਵ ਇਹਨੂੰ ਕਿਹਾ ਜਾਂਦਾ ਵਾ। ਤੇ ਅੱਗੇ ਜੇ ਆਪਾਂ ਗੱਲਬਾਤ ਕਰੀਏ ਇਹਦੇ ਬਾਰੇ ਹੋਰ, ਤੇ ਇਹਨੂੰ ਜਿਹੜਾ ਵਾ ਇਹ ਹੁਣ ਜਿਹੜੇ ਸਥਾਈ ਭਾਵ ਹੁੰਦੇ ਨਾ ਇਹ 9 ਤਰ੍ਹਾਂ ਦੇ ਆ, ਜਿਨ੍ਹਾਂ ਨੂੰ ਆਪਾਂ ਰਸ ਕਹਿ ਦਿੰਦੇ ਆ। ਠੀਕ ਹੈ, ਹਰੇਕ ਰਸ ਦਾ ਕੋਈ ਨਾ ਕੋਈ ਸਥਾਈ ਭਾਵ ਹੁੰਦਾ ਵਾ। ਇਹ 9 ਕਿਸਮ ਦੇ ਆ, ਮੈਂ 9 ਕਿਸਮ ਦੇ ਤੁਹਾਨੂੰ ਲਿਖਾਉਂਗਾ। ਪਹਿਲਾਂ ਇੱਕ ਚੀਜ਼ ਹੋਰ ਨੋਟ ਕਰ ਲਓ, ਸਧਾਰਨੀਕਰਨ ਕੀ ਹੁੰਦਾ ਵਾ। ਠੀਕ ਹੈ, ਇਹਨੂੰ ਹੀ ਅੱਗੇ ਆਪਾਂ ਸਧਾਰਨੀਕਰਨ ਵੀ ਕਹਿ ਦਿੰਦੇ ਆ, ਹੋਰ ਕੁਝ ਨਹੀਂ, ਇਹਦੇ ਨਾਲ ਰਲਦੀ ਮਿਲਦੀ ਟਰਮ ਹੈ ਸਧਾਰਨੀਕਰਨ। ਸਧਾਰਨੀਕਰਨ ਕੀ ਹੁੰਦਾ ਵਾ ਉਹ ਲਿਖ ਲਓ ਵੀ ਜਦੋਂ ਰਸ ਨਿਸ਼ਪਤੀ, ਮਤਲਬ ਜਦੋਂ ਰਸ ਤੁਹਾਡੇ ਅੰਦਰ ਪੈਦਾ ਹੋ ਗਿਆ, ਸਥਾਈ ਭਾਵ ਕੋਈ ਪੈਦਾ ਹੋ ਗਿਆ। ਠੀਕ ਹੈ, ਸਧਾਰਨੀਕਰਨ ਤੋਂ ਅਗਲੀ ਟਰਮ ਹੈ ਜਦੋਂ ਮੰਨ ਲਓ ਸਥਾਈ ਭਾਵ ਤੁਹਾਡੇ ਅੰਦਰ ਕੋਈ ਪੈਦਾ ਹੋ ਗਿਆ, ਰਸ ਦੀ ਨਿਸ਼ਪਤੀ ਹੋ ਗਈ ਤੇ ਅਨੁਭੂਤੀ ਹੋ ਗਈ। ਜੋ ਅਨੁਭੂਤੀ ਕੀ ਹੁੰਦਾ ਵਾ ਵੀ ਉਹ ਫੀਲਿੰਗ ਨੂੰ ਤੁਸੀਂ ਮਹਿਸੂਸ ਕਰ ਲਿਆ, ਜੋ ਸਾਹਿਤ ਦੇ ਵਿੱਚ ਹੀ ਜਾਂ ਜੋ ਕਾਵਿ ਦੇ ਵਿੱਚ ਫੀਲਿੰਗ ਸੀ ਉਹ ਪੈਦਾ ਵੀ ਹੋ ਗਿਆ ਤੇ ਉਹਨੂੰ ਮਹਿਸੂਸ ਵੀ ਕਰ ਲਿਆ। ਇੱਕੋ ਹੀ ਗੱਲ ਆ ਵੈਸੇ, ਇੱਕ ਤਰ੍ਹਾਂ ਦੇ ਨਾਲ ਇੱਕ ਦੂਜੇ ਨਾਲ ਰਿਲੇਟ ਕਰਦੀ ਪਈ ਹੈ ਚੀਜ਼, ਵੀ ਉਹ ਫੀਲਿੰਗ ਪੈਦਾ ਹੋ ਗਈ ਤੇ ਫਿਰ ਤੁਸੀਂ ਉਹਨੂੰ ਮਹਿਸੂਸ ਵੀ ਕੀਤਾ ਉਹ ਚੀਜ਼ ਨੂੰ। ਤੇ ਉਹਦੇ ਜਦੋਂ ਸੁੰਦਰ ਸੁਮੇਲ ਹੁੰਦਾ ਵਾ ਉਹਨਾਂ ਚੀਜ਼ਾਂ ਦਾ, ਉਹਨੂੰ ਹੀ ਸਧਾਰਨੀਕਰਨ ਕਹਿੰਦੇ ਆ। ਵੀ ਇਹਦਾ ਕੀ ਹੋ ਗਿਆ ਵਾ? ਸਧਾਰਨੀਕਰਨ ਹੋ ਗਿਆ ਵਾ। ਜਿੱਦਾਂ ਠੀਕ ਹੈ, ਰੋ ਕੇ ਕੋਈ ਹੌਲਾ ਹੋ ਜਾਂਦਾ, ਕੋਈ ਫਿਲਮ ਵੇਖ ਕੇ ਰੋਲੇ, ਠੀਕ ਹੈ, ਉਹ ਹੌਲਾ ਹੋ ਜਾਊਗਾ। ਜਾਂ ਜੇ ਮੰਨ ਲਓ ਹੁਣ ਚੰਡੀ ਦੀ ਵਾਰ ਜਿਹੜੀ ਆ ਉਸ ਸਮੇਂ ਗੁਰੂ ਸਾਹਿਬ ਜੀ ਨੇ ਰਚੀ ਸੀ ਸਿੰਘਾਂ ਦੇ ਲਈ, ਵੀ ਇਹਨੂੰ ਪੜ੍ਹਨ ਤੇ ਪੜ੍ਹ ਕੇ ਇਹਨਾਂ ਦੇ ਅੰਦਰ ਜੋਸ਼ ਪੈਦਾ ਹੋ ਜਾਏ
ਵੀ ਅਸੀਂ ਵੀ ਜਿਹੜਾ ਜ਼ਾਲਮਾਂ ਦਾ ਜਿਹੜਾ ਵਾ ਟਾਕਰਾ ਕਰਨਾ ਵਾ। ਤੇ ਉਹ ਫਿਰ ਕੀ ਹੁੰਦਾ ਸੀ, ਸਧਾਰਨੀਕਰਨ ਉਹਨਾਂ ਦਾ ਕਿੱਦਾਂ ਹੁੰਦਾ ਸੀ, ਉਹ ਅੰਦਰ ਜਦੋਂ ਜੋਸ਼ ਪੈਦਾ ਹੋ ਕੇ ਤਲਵਾਰ ਫੜ ਕੇ ਜੰਗ ਦੇ ਵਿੱਚ ਲੜਨ ਚੱਲ ਜਾਂਦੇ ਸੀ। ਉਹ ਜੋਸ਼ ਵਾਲੀ ਸੀ, ਠੀਕ ਹੈ। ਤੇ ਜੇ ਵਿਰਾਗ ਵਾਲੀ ਆ ਤੇ ਫਿਰ ਰੋਣਾ ਆ ਜਾਊਗਾ, ਤੇ ਜੇ ਜੋਸ਼ ਵਾਲੀ ਆ ਸ਼ਾਂਤ ਰਸ ਹੋਇਆ ਤੇ ਫਿਰ ਜਿਹੜਾ ਵਾ ਫਿਰ ਰੋਣਾ ਆ ਜਾਊਗਾ, ਵਿਰਾਗ ਆ ਜਾਊਗਾ। ਤੇ ਜਿੱਦਾਂ ਗੁਰਬਾਣੀ ਦੇ ਵਿੱਚ ਕਈ ਸ਼ਬਦ ਹੈਗੇ ਵਿਰਾਗਮਈ ਸ਼ਬਦ ਆ, ਦੇਖਿਆ ਨਾ ਕਿ ਅਥਰੂ ਵਹਾਉਣ ਲੱਗ ਪੈਂਦੇ, ਵਿਰਾਗ ਕਰਨ ਲੱਗ ਪੈਂਦੇ ਸ਼ਬਦ ਪੜ੍ਹ ਕੇ। ਤੇ ਜਿੱਦਾਂ ਹੈਨਾ ਸ਼ਬਦ ਹੈਗੇ ਆਪਣੇ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜਿਰਾਨ, ਹੈਨਾ ਹੰਬੀ ਵੰਜਾ ਡੋਮਨੀ ਰੋਵਾਂ ਝੀਣੀ ਬਾਣ। ਤੇ ਇਹ ਜਿਹੜੇ ਸ਼ਬਦ ਆ ਇਹ ਫਿਰ ਇਹਨਾਂ ਦੇ ਵਿੱਚ ਕਿਹੜਾ ਭਾਵ ਹੈ ਪ੍ਰਗਟ ਕੀਤਾ, ਇਹਨਾਂ ਦੇ ਵਿੱਚ ਸ਼ਾਂਤ ਰਸ ਆ ਗੁਰਬਾਣੀ ਦੇ ਵਿੱਚ, ਤੇ ਉਹ ਵਿਰਾਗ ਆ ਜਾਂਦਾ ਵਾ ਬੰਦੇ ਨੂੰ ਪੜ੍ਹ ਕੇ। ਤੇ ਜੇ ਆਪਾਂ ਜੋਸ਼ ਦੀ ਗੱਲ ਕਰੀਏ ਤੇ ਉਹ ਫਿਰ ਕੀ ਕਰੂਗਾ, ਉਹ ਫਿਰ ਜੋਸ਼ ਫੜ ਕੇ ਤੇ ਉਹ ਫਿਰ ਜੰਗ ਦੇ ਮੈਦਾਨ 'ਚ ਜਾਊਗਾ ਉਹ ਜੂਝਣ ਵਾਸਤੇ। ਤੇ ਉਹ ਕੀ ਕਰੂਗਾ, ਜੰਗ ਦੇ ਮੈਦਾਨ 'ਤੇ ਜੂਝ ਕੇ ਉਹਦਾ ਸਧਾਰਨੀਕਰਨ ਹੋਊਗਾ। ਉਹ ਵਿਰਾਗ ਦੇ ਨਾਲ ਰੋ ਕੇ ਸਧਾਰਨੀਕਰਨ ਹੋ ਜਾਊਗਾ, ਉਹ ਜੂਝ ਕੇ ਸਧਾਰਨੀਕਰਨ ਕਰੂਗਾ, ਮਤਲਬ ਐਕਟ ਕਰੂਗਾ ਫਿਰ ਉਹਦੇ ਤੇ ਉਹ ਚੀਜ਼ ਤੇ, ਫਿਰ ਉਹ ਉਹਦਾ ਸਧਾਰਨੀਕਰਨ ਆਪਾਂ ਕਹਿ ਦਿੰਦੇ ਵੀ ਇਹਦਾ ਸਧਾਰਨੀਕਰਨ ਹੋ ਗਿਆ ਵਾ, ਠੀਕ ਹੈ। ਉਹ ਚੀਜ਼ ਆ ਜਾਂਦੀ ਆ ਜਿਹਨੂੰ ਆਪਾਂ ਇਹਦੇ ਬਾਰੇ ਗੱਲਬਾਤ ਕਰਦੇ ਸਧਾਰਨੀਕਰਨ ਦੀ, ਠੀਕ ਹੈ। ਇਹ ਚੀਜ਼ ਹੈ ਇਹਦੇ ਵਿੱਚ। ਹੁਣ ਆਪਾਂ ਗੱਲਬਾਤ ਕਰਦੇ ਆ ਇਹਦੇ ਵਿੱਚ ਇੱਕ ਹੋਰ ਚੀਜ਼ ਲਿਖ ਲਓ ਸਧਾਰਨੀਕਰਨ ਤੇ, ਇਹਨੂੰ ਇਦਾਂ ਵੀ ਕਹਿ ਦਿੱਤਾ ਜਾਂਦਾ ਵਾ, ਡਿਫਾਈਨ ਕਰ ਦਿੱਤਾ ਜਾਂਦਾ ਜਾਂ ਪਰਿਭਾਸ਼ਿਤ ਕਰ ਦਿੱਤਾ ਜਾਂਦਾ ਵਾ ਵੀ ਰਚਨਾ, ਇਹ ਲਿਖ ਲਓ ਲਾਈਨ, ਇਹ ਇੰਪੋਰਟੈਂਟ ਆ, ਇਹ ਤੁਹਾਨੂੰ ਸਿੱਧੀ ਆ ਸਕਦੀ ਆ। ਰਚਨਾ ਰਚਨਕਾਰ ਅਤੇ ਪਾਠਕ ਦੀ ਮਾਨਸਿਕ ਬੌਧਿਕ ਇੱਕ ਸੁਰਤਾ ਦੀ ਅਵਸਥਾ ਜਿਹੜੀ ਹੁੰਦੀ ਆ ਉਹ ਸਧਾਰਨੀਕਰਨ ਆ। ਮਤਲਬ ਕੀ ਆ ਮੈਂ ਤੁਹਾਨੂੰ ਦੱਸਦਾ, ਲਿਖ ਲਓ ਰਚਨਾ ਰਚਨਕਾਰ ਅਤੇ ਪਾਠਕ ਦੀ ਮਾਨਸਿਕ ਬੌਧਿਕ ਇੱਕ ਸੁਰਤਾ ਦੀ ਅਵਸਥਾ। ਜਿਹਨੇ ਰਚਨਾ ਕੀਤੀ ਆ, ਜੋ ਉਹਨੇ ਸੋਚ ਕੇ ਰਚਨਾ ਕੀਤੀ ਆ ਵੀ ਇਹਨੂੰ ਪੜ੍ਹ ਕੇ ਇਦਾਂ ਹੋਊਗਾ, ਠੀਕ ਹੈ। ਜਾਂ ਜਿਹੜੀ ਰਚਨਾ ਖੁਦ ਆਪ ਆ, ਠੀਕ ਹੈ। ਇੱਕ ਤਾਂ ਰਚਨਾਕਾਰ ਨੇ ਜੋ ਸੋਚ ਕੇ ਰਚਨਾ ਕੀਤੀ ਆ ਵੀ ਇਹਨੂੰ ਪੜ੍ਹ ਕੇ ਇਦਾਂ ਹੋਣਾ ਚਾਹੀਦਾ ਵਾ, ਵੀ ਇਹ ਭਾਵ ਪ੍ਰਗਟ ਹੋਣੇ ਚਾਹੀਦੇ ਆ ਰਚਨਾ ਨੂੰ ਪੜ੍ਹ ਕੇ। ਤੇ ਇੱਕ ਰਚਨਾ ਵਾ ਵੀ ਰਚਨਾ ਵੀ ਆਪਣੇ ਆਪ ਦੇ ਵਿੱਚ ਇਹ ਚੀਜ਼ ਪੈਦਾ ਕਰਦੀ ਆ ਵੀ ਇਹਨੂੰ ਪੜ੍ਹ ਕੇ ਇਦਾਂ ਹੋਊਗਾ। ਤੇ ਇੱਕ ਆਪਾਂ ਗੱਲ ਕਰਦੇ ਆ ਪਾਠਕ। ਪਾਠਕ ਨੂੰ ਮੰਨ ਲਓ ਉਦਾਂ ਹੀ ਹੋ ਗਿਆ ਵੀ ਵਾਕਿਆ ਜਿੱਦਾਂ ਰਚਨਕਾਰ ਨੇ ਸੋਚਿਆ ਸੀ ਜਾਂ ਰਚਨਾ ਦੇ ਵਿੱਚ ਜੋ ਦਿੱਤਾ ਸੀ ਉਦਾਂ ਦੇ ਭਾਵ ਪ੍ਰਗਟ ਹੋ ਗਏ ਆ ਪਾਠਕ ਦੇ ਅੰਦਰ। ਤੇ ਇਹਨਾਂ ਦੀ ਜਿਹੜੀ ਇੱਕ ਸੁਰਤਾ ਦੀ ਅਵਸਥਾ ਹੋ ਜਾਂਦੀ ਆ ਉਹਨੂੰ ਹੀ ਸਧਾਰਨੀਕਰਨ ਕਹਿ ਦਿੰਦੇ ਆ, ਠੀਕ ਹੈ। ਉਹ ਫਿਰ ਰੋ ਪਿਆ ਜਾਂ ਉਹ ਜੋਸ਼ ਦੇ ਵਿੱਚ ਆ ਕੇ ਲੜਨ ਲਈ ਚਲ ਗਿਆ, ਤੇ ਇਹ ਫਿਰ ਚੀਜ਼ਾਂ ਇਹਦੇ ਵਿੱਚ ਆ ਜਾਂਦੀਆਂ, ਇਹਨੂੰ ਹੀ ਸਧਾਰਨੀਕਰਨ ਕਹਿ ਦਿੰਦੇ ਆ, ਠੀਕ ਹੈ। ਤੇ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਹੁਣ ਜਿਹੜੇ ਆਪਾਂ ਸਥਾਈ ਭਾਵ ਕਿਹੜੇ ਕਿਹੜੇ ਆ, ਇਹਨਾਂ ਦੇ ਵਿੱਚ ਪੇਪਰ 'ਚ ਪ੍ਰਸ਼ਨ ਆ ਜਾਂਦਾ, ਉਹ ਤੁਸੀਂ ਲਿਖ ਲਓ। ਜਿਹਨੂੰ 9 ਤਰ੍ਹਾਂ ਦੇ ਰਸ ਆ, ਤੁਹਾਨੂੰ ਰਸ ਪੁੱਛ ਲੈਣ ਕਿੰਨੀ ਤਰ੍ਹਾਂ ਦੇ ਆ, 9 ਤਰ੍ਹਾਂ ਦੇ ਆ, ਠੀਕ ਹੈ। ਤੇ ਤੁਹਾਨੂੰ ਸਥਾਈ ਭਾਵ ਪੁੱਛ ਲੈਣ ਉਹਨਾਂ ਦੇ, ਤੇ ਉਹ ਮੈਂ ਤੁਹਾਨੂੰ ਦੱਸੂਗਾ ਅੱਗੇ ਅੱਗੇ ਕਿਹੜੇ ਰਸ ਦਾ ਕਿਹੜਾ ਸਥਾਈ ਭਾਵ ਆ, ਉਹ ਤੁਸੀਂ ਨੋਟ ਕਰ ਲਓ, ਠੀਕ ਹੈ। ਇੱਧਰ ਆਪਾਂ ਰਸ ਲਿਖ ਦਿੰਦੇ ਆ 9 ਤਰ੍ਹਾਂ ਦੇ ਜਿਹੜੇ ਹੈਗੇ, ਇੱਧਰ ਉਹਨਾਂ ਦੇ ਸਥਾਈ ਭਾਵ ਮੈਂ ਲਿਖੀ ਜਾਊਂਗਾ। ਜਿੱਦਾਂ ਤੁਸੀਂ ਪਹਿਲੇ ਤੇ ਲਿਖੋ ਸ਼ਿੰਗਾਰ ਰਸ, ਸ਼ਿੰਗਾਰ ਰਸ ਇਹਦਾ ਸਥਾਈ ਭਾਵ ਕੀ ਆ। ਸ਼ਿੰਗਾਰ ਰਸ ਜੇ ਕਿਸੇ ਰਚਨਾ ਦੇ ਵਿੱਚ ਮੌਜੂਦ ਆ ਤੇ ਉਹ ਕਿਹੜਾ ਭਾਵ ਛੱਡ ਕੇ ਜਾਊਗਾ, ਕਿੱਦਾਂ ਦੀ ਫੀਲਿੰਗ ਦੇ ਕੇ ਜਾਊਗਾ ਤੁਹਾਨੂੰ, ਉਹ ਪ੍ਰੀਤ ਦੀ, ਪ੍ਰੇਮ ਦੀ, ਜਾਂ ਇਹਨੂੰ ਰੱਤੀ ਵੀ ਕਹਿ ਦਿੰਦੇ ਜੇ, ਪ੍ਰੀਤ ਪ੍ਰੇਮ ਪੈਦਾ ਕਰੂਗਾ ਤੁਹਾਡੇ ਅੰਦਰ, ਠੀਕ ਹੈ, ਜਾਂ ਰੱਤੀ ਇਹ ਚੀਜ਼ ਪੈਦਾ ਕਰੂਗਾ ਸ਼ਿੰਗਾਰ ਰਸ। ਅੱਗੇ ਨੰਬਰ 2 ਤੇ ਲਿਖੋ ਹਾਸ ਰਸ, ਠੀਕ ਹੈ। ਇਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜਾ ਸਥਾਈ ਭਾਵ ਕੀ ਆ, ਫਿਰ ਹਾਸਾ ਪ੍ਰਗਟ ਹੋਊਗਾ, ਹਾਸਾ ਇਹਦਾ ਸਥਾਈ ਭਾਵ ਹੈ। ਫਿਰ ਅੱਗੇ ਨੰਬਰ 3 ਤੇ ਲਿਖੋ ਕਰੁਣਾ ਰਸ, ਕਰੁਣਾ ਰਸ ਇਹਦਾ ਸਥਾਈ ਭਾਵ ਕੀ ਆ, ਕਰੋਧ ਆ, ਠੀਕ ਹੈ। ਤੁਹਾਨੂੰ ਗੁੱਸਾ ਆਊਗਾ, ਕਰੁਣਾ ਤੋਂ ਕੀ ਭਾਵ ਆ, ਕਰੋਧ ਤੇ ਗੁੱਸਾ। ਸੌਰੀ ਕਰੁਣਾ ਦਾ ਭਾਵ ਸ਼ੋਕ, ਇੱਥੇ ਗਲਤ ਲਿਖਿਆ ਗਿਆ, ਸ਼ੋਕ ਲਿਖ ਲਓ। ਕਰੁਣਾ ਕੀ ਹੁੰਦਾ, ਸ਼ੋਕ ਹੁੰਦਾ, ਉਹ ਰੋਦਰ ਹੁੰਦਾ ਗੁੱਸਾ। ਅੱਗੇ ਆਪਾਂ 4 ਤੇ ਲਿਖੋ ਤੁਸੀਂ ਰੋਦਰ, ਕਰਨਾ ਹੁੰਦਾ ਨਾ ਸ਼ੋਕ ਪੈਦਾ ਕਰਨਾ, ਰੋਦਰ ਰਸ, ਹਾਂ ਇਹਦਾ ਆਪਣੇ ਕੋਲ ਸਥਾਈ ਭਾਵ ਹੈਗਾ ਵਾ ਗੁੱਸਾ, ਗੁੱਸਾ ਜਾਂ ਕ੍ਰੋਧ, ਇਹ ਰੋਦਰ ਦੇ ਵਿੱਚ ਆਊਗਾ। ਅੱਗੇ ਨੰਬਰ 5 ਤੇ ਲਿਖੋ ਵੀਰ ਰਸ ਜਾਂ ਵੀਰ ਰਸ, ਇਹਨੂੰ ਆਪਾਂ ਕਹਿੰਦੇ, ਇਹਦੇ ਵਿੱਚ ਕੀ ਹੁੰਦਾ, ਇਹਦੇ ਵਿੱਚ ਉਤਸ਼ਾਹ ਹੁੰਦਾ ਜੀ। ਆਹ ਵੇਖ ਲਓ ਫਰਕ ਇਹਦੇ ਵਿੱਚ ਤੁਸੀਂ ਕੰਫਿਊਜ਼ ਹੋ ਸਕਦੇ ਜੇ, ਠੀਕ ਹੈ। ਜਿਹੜਾ ਗੁੱਸਾ ਤੇ ਕ੍ਰੋਧ ਹੁੰਦਾ ਨਾ ਉਹ ਰੋਦਰ ਦੇ ਵਿੱਚ ਹੁੰਦਾ, ਰੋਦਰ ਆਂਦੇ ਉਹਨੂੰ ਆਪਾਂ, ਤੇ ਵੀਰ ਨੂੰ ਕਹਿੰਦੇ ਉਤਸ਼ਾਹ ਤੇ ਜੋਸ਼ ਆਂਦੇ ਆ, ਠੀਕ ਹੈ। ਇਹਨਾਂ ਦੇ ਵਿੱਚ ਫਰਕ ਹੈਗਾ ਜੇ, ਨੋਟ ਕਰ ਲਿਓ, ਪੇਪਰ 'ਚ ਇੱਥੇ ਗਲਤੀ ਹੁੰਦੀ ਜੇ। ਤੇ ਅੱਗੇ ਭਿਆਨਕ ਰਸ, ਇਹਦਾ ਸਥਾਈ ਭਾਵ ਕੀ ਹੈਗਾ, ਭਿਆਨਕ ਦਾ ਭੈ, ਡਰ ਪੈਦਾ ਹੋਊਗਾ। ਤੇ ਅੱਗੇ ਆਪਾਂ ਇਹ ਗੱਲਬਾਤ ਕਰੀਏ ਨੰਬਰ 7 ਤੇ, ਉਹ ਹੈਗਾ ਅਦਭੁਤ ਰਸ, ਅਦਭੁਤ, ਅਚਰਜ ਜਾਂ ਹੈਰਾਨੀ ਜਾਂ ਵਿਸਮੈ,
ਇਹਦੇ ਸਥਾਈ ਭਾਵ ਕੀ ਆ, ਕਿਦਾਂ ਦੇ ਭਾਵ ਪੈਦਾ ਹੋਣਗੇ, ਅਦਭੁਤ, ਹੈਰਾਨੀ ਹੋਊਗੀ, ਜਿਹਨੂੰ ਆਪਾਂ ਵਿਸਮੇ ਵੀ ਕਹਿ ਦਿੰਦੇ ਹਾਂ। ਠੀਕ ਹੈ। ਅੱਗੇ ਨੰਬਰ 8 ਤੇ ਤੁਸੀਂ ਲਿਖੋ ਵਿਭਤਸ ਰਸ। ਵਿਭਤਸ ਰਸ, ਠੀਕ ਹੈ। ਇਹ ਕਾਹਦੇ ਭਾਵ ਪੈਦਾ ਕਰਦਾ, ਘਿਰਨਾ ਦੇ, ਠੀਕ ਹੈ, ਕਚਿਆਣ ਦੇ, ਗਿਲਾਨੀ ਦੇ, ਠੀਕ ਹੈ। ਕੋਈ ਇਦਾਂ ਦੀ ਜਿਹੜੀ ਰਚਨਾ ਦੇ ਵਿੱਚ ਗੱਲਬਾਤ ਕੀਤੀ ਹੈ ਜਿਹਦੇ ਨਾਲ ਤੁਹਾਨੂੰ ਖਿੱਚ ਜੀ ਆਵੇ, ਮਾੜੀ, ਜਿੱਦਾਂ ਹਨਾ ਗੰਦੀ ਚੀਜ਼ ਵਰਤਦੀ ਆ, ਜਾਂ ਜਿੱਦਾਂ ਹਨਾ ਕੋਈ ਜਿਹੜੀ ਆ ਕਚੈਣ ਦੀ ਵਾਲੀ, ਜਿੱਦਾਂ ਹਾਏ ਆ ਕੀ ਹੋ ਗਿਆ ਕਰਦੇ ਹੁੰਦੇ ਨਾ ਕਈ ਵੇਖ ਕੇ, ਤਾਂ ਕਚੈਣ ਦੀ ਚੜਾਉਂਦੇ ਹੁੰਦੇ ਆ, ਤੇ ਉਹਦੇ ਭਾਵ ਜੇ ਪ੍ਰਗਟ ਹੋ ਜਾਣ ਰਸ ਦੇ ਵਿੱਚੋਂ, ਵਿਭਤਸ ਰਸ ਉਹਨੂੰ ਕਹਿੰਦੇ ਆ। ਤੇ ਉਹਦੇ ਸਥਾਈ ਭਾਵ ਕਹਿੰਦੇ ਆ ਕਚੈਣ, ਘਿਰਨਾ, ਗਿਲਾਨੀ। ਤੇ ਅੱਗੇ 9ਵੇਂ ਤੇ ਤੁਸੀਂ ਲਿਖ ਲਓ ਸ਼ਾਂਤ ਰਸ, ਜਿਹਨੂੰ ਵਿਰਾਗ ਦੇ ਭਾਵ ਪ੍ਰਗਟ ਹੋਣ। ਵਿਰਾਗ ਜਾਂ ਬੱਬੇ ਦੇ ਲਿਖ ਲਓ ਵਿਰਾਗ, ਠੀਕ ਹੈ, ਕੋਈ ਗੱਲ ਆ। ਇਹ ਆਪਣੇ ਕੋਲ 9 ਤਰ੍ਹਾਂ ਦੇ ਜਿਹੜੇ ਰਸ ਆ, ਤੇ ਇਹ ਉਹਨਾਂ ਦੇ ਇੱਧਰ ਮੈਂ ਸਥਾਈ ਭਾਵ ਲਿਖੇ ਆ। ਤੇ ਇਹਨਾਂ ਦੇ ਵਿੱਚੋਂ ਇੱਕ ਚੀਜ਼ ਨੋਟ ਕਰ ਲਓ, ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜਾ ਸ਼ਿੰਗਾਰ ਰਸ ਆ, ਇਹਨੂੰ ਸਾਰੇ ਰਸਾਂ ਦਾ ਰਾਜਾ ਹੋਣ ਦਾ ਮਾਣ ਆ। ਪੇਪਰ ਦੇ ਵਿੱਚ ਪ੍ਰਸ਼ਨ ਬਣਦਾ ਜੀ ਵੀ ਸ਼ਿੰਗਾਰ ਕਿਹੜਾ ਰਸ ਆ ਜਿਹਨੂੰ ਰਸਾਂ ਦਾ ਰਾਜਾ ਕਿਹਾ ਜਾਂਦਾ ਵਾ, ਤੇ ਉਹ ਸ਼ਿੰਗਾਰ ਰਸ ਆ। ਇਹ ਅੱਗੇ 2 ਕਿਸਮ ਦਾ ਹੁੰਦਾ ਵਾ, ਉਹ ਆਪਾਂ ਸਾਰਿਆਂ ਨੂੰ ਪਤਾ ਵਾ। ਇੱਕ ਸੰਜੋਗ ਹੁੰਦਾ ਵਾ, ਠੀਕ ਹੈ, ਤੇ ਇੱਕ ਵਿਜੋਗ ਹੁੰਦਾ। ਬਸ ਇੰਨਾ ਹੀ ਦਿੱਤਾ ਰੱਖੋ, ਸੰਜੋਗ, ਵਿਜੋਗ। ਸੰਜੋਗ ਦੇ ਨਾਲ ਸ਼ਿੰਗਾਰ ਰਸ ਪੈਦਾ ਹੋ ਜਾਂਦਾ ਵਾ, ਜਾਂ ਵਿਜੋਗ ਦੇ ਨਾਲ, ਇੱਥੇ ਜੀ ਆਪਾਂ ਸੰਜੋਗ ਜਾਂ ਵਿਜੋਗ। ਇਹਦੇ ਨਾਲ ਕੀ ਹੈ, ਇਹਨੂੰ ਵਸਲ ਜਾਂ ਹਿਜਰ ਵੀ ਕਹਿ ਦਿੰਦੇ ਆਪਾਂ, ਬਾਕੀ ਹੈ ਨਾ ਭਾਸ਼ਾ ਦੇ ਵਿੱਚ ਵਸਲ ਵੀ ਕਹਿ ਦਿੰਦੇ ਆ ਸੰਜੋਗ ਨੂੰ, ਤੇ ਉਹਨੂੰ ਆਪਾਂ ਹਿਜਰ ਵੀ ਕਹਿ ਦਿੰਦੇ ਆ। ਇਹ ਦੋਵੇਂ ਕੀ ਕਰਦੇ ਆ, ਇਹ ਸ਼ਿੰਗਾਰ ਰਸ ਦੇ ਭਾਵ ਨੂੰ ਜਿਹੜਾ ਵਾ ਪ੍ਰਗਟ ਕਰਦੇ ਆ। ਠੀਕ ਹੈ, ਹੋਰ ਕੁਝ ਵੀ ਨਹੀਂ ਇਹਦੇ ਵਿੱਚ, ਇਹੋ ਹੀ ਆਪਣਾ ਅੱਜ ਦਾ ਲੈਕਚਰ। ਇਹਨੂੰ ਨੋਟ ਕਰ ਲਿਓ, ਮੈਂ ਥੋੜਾ ਸਾਈਡ ਤੇ ਵੀ ਲੈਣਾ, ਜੇ ਕਿਸੇ ਨੇ ਸਕਰੀਨਸ਼ਾਟ ਲੈਣਾ ਉਹ ਵੀ ਲੈ ਸਕਦੇ ਤੁਸੀਂ। ਤੇ ਇਹ ਆਪਣਾ ਅੱਜ ਦਾ ਲੈਕਚਰ ਸੀ ਰਸਾਂ ਤੇ। ਇਹਨੂੰ ਹੋਰ ਆਪਾਂ ਜਿੰਨਾ ਮਰਜ਼ੀ ਉਦਾਹਰਨਾਂ ਦੇ ਕੇ ਐਕਸਪਲੇਨ ਕਰੀ ਜਾਈਏ, ਪਰ ਮੁੱਖ ਤੌਰ ਤੇ ਤੁਸੀਂ ਇਹਨਾਂ ਚੇਤਾ ਰੱਖਣਾ ਵਾ। ਮਾਸਟਰ ਕੈਡੂ ਦੇ ਪੇਪਰ ਦੇ ਵਿੱਚ ਤੁਹਾਨੂੰ ਇਹਦੇ ਵਿੱਚ ਇਦਾਂ ਹੀ ਸਵਾਲ ਬਣੂਗਾ ਵੀ ਸ਼ਿੰਗਾਰ ਰਸ ਦਾ ਜਿਹੜਾ ਸਥਾਈ ਭਾਵ ਕੀ ਆ, ਉਹ ਲਿਖ ਦਿਓ। ਕਰੁਣਾ ਰਸ ਦਾ ਸਥਾਈ ਭਾਵ ਕੀ ਆ, ਰੌਦਰ ਦਾ ਕੀ ਆ, ਵਿਭਤਸ ਦਾ ਕੀ ਆ, ਉਹ ਇਧਰੋਂ ਤੁਹਾਨੂੰ ਸਿੱਧਾ ਹੀ ਪੁੱਛ ਲੈਣਗੇ। ਆਪਸ਼ਨ ਇਹਨਾਂ 'ਚ ਬਣਾਈਆਂ ਹੋਣਗੀਆਂ ਇਹਨਾਂ ਨੇ, ਹੋਰ ਕੁਝ ਵੀ ਨਹੀਂ ਹੈ ਇਹਦੇ ਵਿੱਚ। ਠੀਕ ਹੈ, ਇਹ ਸੀ ਆਪਣਾ ਅੱਜ ਦਾ ਲੈਕਚਰ। ਤੇ ਬਾਕੀ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਵਾ। ਦੇਖੋ ਸਾਰਿਆਂ ਤੱਕ ਪਹੁੰਚੇ ਚੀਜ਼, ਜੇ ਕੁਝ ਵਧੀਆ ਸਿੱਖਣ ਨੂੰ ਮਿਲੇ, ਸਾਰਿਆਂ ਨੂੰ ਮਿਲਣਾ ਚਾਹੀਦਾ ਵਾ ਆਪਾਂ ਨੂੰ। ਤੇ ਇਹ ਵੀਡੀਓ ਸਾਰਿਆਂ ਦੇ ਵਿੱਚ ਤੁਸੀਂ ਸ਼ੇਅਰ ਕਰਨੀ ਆ, ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵਾ। ਠੀਕ ਹੈ, ਚੈਨਲ ਜਿਹੜਾ ਵਾ ਸਬਸਕ੍ਰਾਈਬ ਕਰ ਲਓ। ਉਹਦਾ ਫਾਇਦਾ ਕੀ ਹੁੰਦਾ ਵਾ ਤੁਹਾਨੂੰ, ਵੀ ਜਦੋਂ ਵੀ ਮੈਂ ਕੋਈ ਇਦਾਂ ਦੀ ਇੰਪੋਰਟੈਂਟ ਆ ਕਿ ਮੈਂ ਹੁਣ ਲੈ ਕੇ ਆਉਣੀਆਂ ਵਾ 2-4 ਵੀਡੀਓ, ਠੀਕ ਹੈ, ਇਦਾਂ ਦੀਆਂ ਇੰਪੋਰਟੈਂਟ ਜੇ ਟੌਪਿਕ ਜਿਹੜੇ ਆ ਉਹਨਾਂ ਤੇ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਿਓ। ਉਹਦੇ ਨਾਲ ਇੱਕ ਬੈਲ ਆਈਕਨ ਹੁੰਦਾ ਵਾ, ਉਹਨੂੰ ਵੀ ਜਿਹੜਾ ਵਾ ਟੱਚ ਕਰਕੇ ਉਹਨੂੰ ਕਲਿੱਕ ਕਰ ਲਿਓ ਉਹਦੇ ਤੇ। ਜਦੋਂ ਵੀ ਮੈਂ ਕੋਈ ਵੀਡੀਓ ਅਪਲੋਡ ਕਰੂੰਗਾ ਸਿੱਧਾ ਹੀ ਨੋਟੀਫਿਕੇਸ਼ਨ ਤੁਹਾਨੂੰ ਆ ਜਾਊਗਾ। ਮੈਨੂੰ ਹੋਰ ਗਰੁੱਪਾਂ ਦੇ ਵਿੱਚ ਸੈਂਡ ਕਰਨ ਦੀ ਲੋੜ ਨਹੀਂ ਪਊਗੀ ਵੀਡੀਓ, ਉਹ ਤੁਹਾਡੇ ਆਪਣੇ ਮੋਬਾਈਲ ਤੇ ਨੋਟੀਫਿਕੇਸ਼ਨ ਆ ਜਾਊਗਾ। ਲਾਲ ਜਿਹਾ ਬਟਨ ਹੈਗਾ ਸਬਸਕ੍ਰਾਈਬ ਦਾ, ਉੱਥੋਂ ਸਬਸਕ੍ਰਾਈਬ ਕਰ ਲਿਓ, ਨਾਲ ਹੀ ਬੈਲ ਆਈਕਨ ਨੂੰ ਔਨ ਕਰ ਲਿਓ, ਤੇ ਉਥੋਂ ਤੁਹਾਨੂੰ ਕੀ ਆ ਨੋਟੀਫਿਕੇਸ਼ਨ ਆਉਂਦੀ ਰਹੂਗੀ। ਸ਼ੇਅਰ ਕਰੋ ਵੀਡੀਓ ਨੂੰ, ਵਧੀਆ ਲੱਗੀ ਆ ਤੇ ਇਹਨੂੰ ਲਾਈਕ ਵੀ ਕਰੋ। ਠੀਕ ਹੈ, ਕਿੱਦਾਂ ਦੀ ਫੀਲਿੰਗ ਆਈ ਆ ਵੀਡੀਓ ਦੇ, ਕਿੱਦਾਂ ਦੀ ਲੱਗੀ ਆ, ਕਮੈਂਟ ਵੀ ਜ਼ਰੂਰ ਕਰਿਆ ਕਰੋ, ਤੇ ਮੈਂ ਸਾਰੇ ਕਮੈਂਟ ਪੜ੍ਹਦਾ ਵੀ ਹੁੰਨਾ ਵਾ। ਤੇ ਬਾਕੀ ਠੀਕ ਹੈ, ਇਹਨੂੰ ਸ਼ੇਅਰ ਜ਼ਰੂਰ ਕਰਨਾ ਵਾ, ਉਹ ਚੀਜ਼ ਚੇਤਾ ਰੱਖਣੀ ਆ। ਤੇ ਬਾਕੀ ਤੁਹਾਨੂੰ ਪਤਾ ਹੀ ਆ ਆਪਣਾ ਜਿਹੜਾ ਕੋਰਸ ਆ ਫੁੱਲ ਬੈਚ ਦਾ ਜਿਹੜਾ ਆਪਾਂ ਸ਼ੁਰੂ ਕੀਤਾ ਵਾ ਹੁਣ, ਕ੍ਰੈਸ਼ ਕੋਰਸ, ਉਹ 11 ਤੋਂ ਸ਼ੁਰੂ ਹੋ ਰਿਹਾ ਵਾ। ਤੇ ਉਹਦੇ ਵਿੱਚ ਜਿਨ੍ਹਾਂ ਨੇ ਵੀ ਐਡਮਿਸ਼ਨ ਕਰਾਣੀ ਆ, ਤੁਸੀਂ ਇਹ ਨੰਬਰ ਤੇ ਜਿਹੜਾ ਵਾ ਉਹ ਕੰਟੈਕਟ ਕਰ ਲਿਓ। ਮਿਲਦੇ ਆ ਅਗਲੀ ਵੀਡੀਓ ਦੇ ਵਿੱਚ। ਧੰਨਵਾਦ, ਸ਼ੁਕਰੀਆ।